ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਠਿੰਡਾ ਟੂ ਬਰੈਂਪਟਨ ਯੂਟਿਊਬ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਆਸ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ। ਸਾਥੀਓ, ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੇ ਕਿਸੇ ਨੇ ਇੰਡੀਆ ਤੋਂ ਕੈਨੇਡਾ ਨੂੰ ਟਰੈਵਲ ਕਰਨਾ ਡਿਊਰਿੰਗ ਦਿਸ ਪੀਰੀਅਡ। ਸੋ ਵਾਇਆ ਥਰਡ ਕੰਟਰੀ ਆਪਾਂ ਕਿਵੇਂ ਟਰੈਵਲ ਕਰ ਸਕਦੇ ਹਾਂ, ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ, ਇਮੀਗ੍ਰੇਸ਼ਨ ਵਾਲਿਆਂ ਦੇ ਕੀ ਕੁਐਸਚਨਸ ਹੁੰਦੇ ਨੇ, ਸਾਰੀਆਂ ਚੀਜ਼ਾਂ ਬਾਰੇ ਡਿਸਕਸ ਕਰਾਂਗੇ। ਆਪਣੇ ਨਾਲ ਅਮਰਪ੍ਰੀਤ ਸਿੰਘ ਨੇ, ਪਹਿਲਾਂ ਆਪਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਵੈਲਕਮ ਅਮਰਪ੍ਰੀਤ ਸਿੰਘ। Thank you so much. ਸੋ ਅਮਰਪ੍ਰੀਤ ਸਿੰਘ ਨਾਲ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਇਹਨਾਂ ਨੇ ਹੁਣੇ-ਹੁਣੇ ਇੰਡੀਆ ਟੂ ਕੈਨੇਡਾ ਟਰੈਵਲ ਕੀਤਾ ਵਾਇਆ ਇਥੋਪੀਆ, ਸੋ ਇਹਨਾਂ ਦੇ ਨਾਲ ਹੋਰ ਵੀ ਕਾਫੀ ਲੋਕ ਸੀਗੇ ਜਿਨ੍ਹਾਂ ਨੇ ਕਿ ਟਰੈਵਲ ਕੀਤਾ ਹੈਗਾ ਇੰਡੀਆ ਤੋਂ ਕੈਨੇਡਾ ਨੂੰ ਵਾਇਆ ਇਥੋਪੀਆ, ਤੇ ਹੋਰ ਕੰਟਰੀਜ਼ ਦੇ ਥਰੂ ਵੀ ਟਰੈਵਲ ਕੀਤਾ ਹੈਗਾ, ਲਾਈਕ ਮੈਕਸੀਕੋ, ਲਾਈਕ ਸਰਬੀਆ, ਹੈ ਨਾ। ਇਹਨਾਂ ਨੂੰ ਇੰਡੀਅਨ ਏਅਰਪੋਰਟ 'ਤੇ ਉੱਥੇ ਮਿਲੇ, ਦਿੱਲੀ ਦੇ ਏਅਰਪੋਰਟ 'ਤੇ। ਸੋ ਉਹਨਾਂ ਬਾਰੇ, ਸਾਰੀਆਂ ਚੀਜ਼ਾਂ ਬਾਰੇ ਆਪਾਂ ਗੱਲ ਕਰਨ ਤੋਂ ਪਹਿਲਾਂ ਇੱਕ ਵਾਰੀ ਇਹਨਾਂ ਦੇ ਜਿਹੜੀ ਉਹਨਾਂ ਦੀ ਜਰਨੀ ਆ ਉਹ 'ਤੇ ਝਲਕ ਪਾ ਲਈਏ, ਫਿਰ ਆਪਾਂ ਇਹਨਾਂ ਨਾਲ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਸੋ ਅਮਰਪ੍ਰੀਤ ਜੀ, ਸਾਰਿਆਂ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਤੁਸੀਂ ਇੰਡੀਆ ਦੇ ਵਿੱਚ ਕਦੋਂ ਪਲਾਨ ਕੀਤਾ ਹੋਇਆ ਸੀਗਾ ਕਿ ਤੁਸੀਂ ਕੈਨੇਡਾ ਨੂੰ ਟਰੈਵਲ ਕਰਨਾ? ਇੰਡੀਆ ਦੇ ਵਿੱਚ ਮੇਰਾ ਪਲਾਨ ਸੀਗਾ ਜੀ ਵੀ ਮੈਂ 25th ਅਪ੍ਰੈਲ ਨੂੰ ਟਰੈਵਲ ਕਰਨਾ ਹੈ, ਪਰ ਆਪਾਂ ਨੂੰ ਸਾਰਿਆਂ ਨੂੰ ਪਤਾ ਕੈਨੇਡੀਅਨ ਗਵਰਨਮੈਂਟ ਨੇ 23rd ਅਪ੍ਰੈਲ ਨੂੰ ਨਵੀਆਂ ਰਿਸਟ੍ਰਿਕਸ਼ਨਸ ਲਾਤੀਆਂ ਸੀ ਇੰਡੀਆ ਵਾਸਤੇ, ਕਿਉਂਕਿ ਨਵਾਂ ਵੇਰੀਐਂਟ ਆ ਗਿਆ ਸੀ ਅੱਗੇ, ਤਾਂ ਮੇਰਾ ਉਹ ਪਲਾਨ ਕੈਂਸਲ ਹੋ ਗਿਆ। ਓਕੇ। ਸੋ ਉਸ ਤੋਂ ਬਾਅਦ ਆਈ ਨੋ ਤੁਸੀਂ ਕਾਫੀ ਅਪਸੈਟ ਹੋ ਗਏ ਹੋਵੋਗੇ, ਹੈ ਨਾ, ਕਿਉਂਕਿ ਟਰੈਵਲ ਜਿਹੜਾ ਬੈਨ ਸੀਗਾ ਉਹ ਐਕਸਟੈਂਡ ਹੁੰਦਾ ਗਿਆ ਇੱਕ ਡੇਟ ਤੋਂ ਫਿਰ ਅਨਦਰ ਡੇਟ, ਹੈ ਨਾ। ਅਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਪ੍ਰੋਸੈਸ ਸੀਗਾ, ਸਕੈਜੂਅਲ ਤੁਸੀਂ ਕਿਵੇਂ ਕੀਤਾ ਥਰਡ ਕੰਟਰੀ ਦੇ ਥਰੂ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਹਾਂਜੀ, ਇਹ ਤਾਂ ਹੈ। ਪ੍ਰੋਬਲਮਸ ਆਉਂਦੀਆਂ ਕਿਉਂਕਿ ਅੱਗੇ ਦੀ ਅੱਗੇ ਪਹਿਲਾਂ 1 ਮੰਥ ਦਾ ਗਵਰਨਮੈਂਟ ਨੇ ਕਿਹਾ ਸੀ, ਫਿਰ ਐਕਸਟੈਂਡ ਹੋ ਗਿਆ ਟਰੈਵਲ ਬੈਨ। ਫਿਰ ਮੈਨੂੰ ਪਤਾ ਲੱਗਿਆ ਫਰੈਂਡ ਆਫ ਫਰੈਂਡ ਦੇ ਥਰੂ ਕਿ ਇਥੋਪੀਆ ਦੇ ਥਰੂ ਰੂਟ ਹੈਗਾ ਜਿਹਦੇ ਥਰੂ ਆਪਾਂ ਟਰੈਵਲ ਕਰ ਸਕਦੇ ਹਾਂ, ਤਾਂ ਮੈਂ ਉਹਦੇ ਬਾਰੇ ਰਿਸਰਚ ਕੀਤੀ ਅਤੇ ਮੈਂ ਔਨਲਾਈਨ ਦੇਖਿਆ ਵੀ ਇਹ ਹੁਣ ਕਾਫੀ ਲੋਕ ਇੱਧਰ ਦੀ ਜਾ ਰਹੇ ਆ ਅਤੇ ਇਹ ਰੂਟ ਸਹੀ ਹੈ। ਮੈਂ ਚੈੱਕ ਕੀਤੀਆਂ ਵੀਜ਼ਾ ਰਿਕੁਆਇਰਮੈਂਟਸ ਇਥੋਪੀਆ ਦੀਆਂ ਅਤੇ ਕੈਨੇਡਾ ਦੀਆਂ ਵੀ, ਆਪਾਂ ਟਰੈਵਲ ਕਰ ਸਕਦੇ ਹਾਂ ਥਰਡ ਕੰਟਰੀ ਦੇ ਥਰੂ। ਸਭ ਤੋਂ ਪਹਿਲਾਂ ਇਹ ਚੈੱਕ ਕੀਤਾ ਅਤੇ ਬਾਕੀ ਮੈਨੂੰ ਲੱਗਿਆ ਵੀ ਇਹ ਰੂਟ ਸਹੀ ਹੈ, ਟਰੈਵਲ ਕੀਤਾ ਜਾ ਸਕਦਾ। ਬਾਕੀ ਮੈਂ ਕਿਸੇ ਦਾ ਰਿਵਿਊ ਲਿਆ ਸੀਗਾ ਤਾਂ ਉਹਨਾਂ ਤੋਂ ਪਤਾ ਲੱਗਿਆ ਵੀ ਵਧੀਆ ਰਿਹਾ ਉਹਨਾਂ ਦਾ ਟ੍ਰਿਪ ਇਸ ਜਿਹੜੇ ਪਹਿਲਾਂ ਆਲਰੇਡੀ ਆ ਗਏ ਸੀਗੇ ਇਸ ਰੂਟ ਦੇ ਥਰੂ, ਰਾਈਟ? ਹਾਂਜੀ। ਓਕੇ। ਸੋ ਤੁਸੀਂ ਜਿਹੜੀ ਤੁਹਾਡੀ ਪਹਿਲਾਂ ਫਲਾਈਟ ਜਿਹੜੀ ਤੁਸੀਂ ਬੁੱਕ ਕੀਤੀ ਹੋਈ ਸੀ, ਉਹਦਾ ਤੁਹਾਨੂੰ ਰਿਫੰਡ ਵਗੈਰਾ ਦਿੱਤਾ ਉਹਨਾਂ ਨੇ, 에ਅਰਲਾਈਨ ਨੇ, ਜਾਂ ਹਜੇ ਨਹੀਂ? ਰਿਫੰਡ ਉਹ ਤਾਂ ਅਪਲਾਈ ਕੀਤਾ ਹੋਇਆ ਜੀ ਮੈਂ, ਪਰ ਹਜੇ ਤੱਕ ਉਹਨਾਂ ਦਾ ਕੋਈ ਮੈਨੂੰ ਰਿਫੰਡ ਨਹੀਂ ਆਇਆ ਹੋਇਆ, ਕਿਉਂਕਿ ਕੁਛ ਵੀਕਸ ਦਾ ਪ੍ਰੋਸੈਸ ਹੁੰਦਾ। ਓਕੇ। ਸੋ ਇਥੋਪੀਆ ਦੇ ਥਰੂ ਤਾਂ ਤੁਸੀਂ ਕਿਹਾ ਕਿ ਤੁਹਾਨੂੰ ਫਰੈਂਡਸ
ਤੇ ਫਰੈਂਡਸ ਤੋਂ ਥਰੂ ਪਤਾ ਲੱਗਿਆ, ਹੈ ਨਾ? ਸੋ ਇਹਦੇ ਲਈ ਕੀ ਰਿਕੁਆਇਰਮੈਂਟ ਜਿਹੜੀਆਂ ਕੈਨੇਡੀਅਨ ਗਵਰਨਮੈਂਟ ਨੇ ਲਾਈਕ ਕਿ ਥਰਡ ਕੰਟਰੀ ਦੇ ਥਰੂ ਸੇਫ ਹੈਗਾ ਆਉਣਾ ਆਪਣੇ ਲਈ, ਜਾਂ ਆਪਾਂ ਨੂੰ ਕੋਈ ਟਰਬਲ ਹੋ ਸਕਦੀ ਹੈਗੀ, ਇਹਦੇ ਬਾਰੇ ਦੱਸੋ ਥੋੜ੍ਹਾ ਕਿ ਲਾਈਕ ਤੁਹਾਨੂੰ ਇਸ ਚੀਜ਼ ਦੀ ਪੁਸ਼ਟੀ ਕਿਵੇਂ ਹੋਈ ਕਿ ਸੇਫ ਹੈਗਾ? ਕਿਉਂਕਿ ਆਲਰੇਡੀ ਫਲਾਈਟਸ ਬੈਨ ਕੀਤੀਆਂ ਹੋਈਆਂ ਸੀ ਜਿਹੜੀਆਂ ਡਾਇਰੈਕਟ ਫਲਾਈਟ ਸੀਗੀਆਂ, ਫਿਰ ਇਨਡਾਇਰੈਕਟ ਫਲਾਈਟ ਨੂੰ ਤੁਸੀਂ ਵੈਰੀਫਾਈ ਕਿਵੇਂ ਕੀਤਾ ਕਿ ਤੁਸੀਂ ਜਾ ਸਕਦੇ ਹੋ? ਕਿਉਂਕਿ ਤੁਸੀਂ ਵਰਕ ਪਰਮਿਟ 'ਤੇ ਹੋ, ਈਵਨ ਕਿ ਜਿਹੜੇ PR 'ਤੇ ਨੇ, ਜਿਹੜੇ ਸਿਟੀਜ਼ਨ ਨੇ, ਉਹਨਾਂ ਨੂੰ ਵੀ ਪ੍ਰੋਬਲਮ ਆ ਰਹੀ ਸੀਗੀ। ਸੋ ਇਸ ਚੀਜ਼ ਦੀ ਤੁਸੀਂ ਪੁਸ਼ਟੀ ਕਿਵੇਂ ਕੀਤੀ ਕਿ ਜਿਹੜਾ ਥਰਡ ਕੰਟਰੀ ਦੇ ਥਰੂ ਜਾਣਾ ਜਿਹੜਾ ਹੈਗਾ ਉਹ ਸੇਫ ਹੈ, ਇਥੋਪੀਆ ਦੇ ਮੈਂ ਥਰੂ ਜਾਣਾ ਇਹ ਸੇਫ ਹੈ? ਹਾਂਜੀ, ਕੈਨੇਡੀਅਨ ਗਵਰਨਮੈਂਟ ਦੀ ਵੈਬਸਾਈਟ ਤੇ ਮੈਂ ਚੈੱਕ ਕੀਤਾ ਵੀ ਆਪਾਂ ਟਰੈਵਲ ਕਰ ਸਕਦੇ ਹਾਂ ਇੰਡੀਆ ਤੋਂ ਥਰਡ ਕੰਟਰੀ ਦੇ ਥਰੂ। ਜਸਟ ਇੱਕ ਰਿਕੁਆਇਰਮੈਂਟ ਕੈਨੇਡੀਅਨ ਗਵਰਨਮੈਂਟ ਦੀ ਇਹ ਸੀ ਕਿ ਆਪਾਂ ਜਿਹੜੀ ਥਰਡ ਕੰਟਰੀ ਦੇ ਥਰੂ ਟਰੈਵਲ ਕਰਨਾ, ਉਹ ਤੋਂ ਆਪਾਂ ਨੂੰ RT-PCR ਟੈਸਟ ਕਰਾਉਣਾ ਪੈਣਾ 72 ਆਵਰਸ ਦੇ ਵਿੱਚ, ਤੇ ਉਹਦੀ ਰਿਪੋਰਟ ਨੈਗੇਟਿਵ ਹੋਣੀ ਚਾਹੀਦੀ ਹੈ। ਤਾਂ ਇਹ ਚੈੱਕ ਕੀਤਾ ਜੀ ਮੈਂ, ਤੇ ਫਿਰ ਮੈਂ ਦੇਖਿਆ ਇਥੋਪੀਆ ਦੀਆਂ ਵੀਜ਼ਾ ਰਿਕੁਆਇਰਮੈਂਟਸ, ਤੇ ਫਿਰ ਪਲਾਨ ਬਣਾਇਆ ਟਰੈਵਲ ਦਾ। ਗੁੱਡ। ਤੇ ਜਿਹੜਾ ਤੁਹਾਡਾ ਇੰਡੀਆ ਟੂ ਦਿੱਲੀ ਏਅਰਪੋਰਟ ਤੋਂ ਇਥੋਪੀਆ ਤੱਕ ਦੀ ਜਿਹੜੀ ਜਰਨੀ ਸੀਗੀ, ਉਹਦੇ ਵਿੱਚ ਤੁਸੀਂ ਦੋਹਾ, ਕਤਰ ਸਟੇ ਕੀਤਾ, ਹੈ ਨਾ? ਸੋ ਹਾਂਜੀ, ਕੀ ਰਿਕੁਆਇਰਮੈਂਟ ਸੀਗੀਆਂ 에ਅਰਲਾਈਨ ਦੀਆਂ? ਲਾਈਕ ਜਿਵੇਂ ਆਪਾਂ ਨੂੰ ਕੋਵਿਡ ਰਿਪੋਰਟ ਚਾਹੀਦੀ ਹੁੰਦੀ ਆ, PCR ਟੈਸਟ ਆ ਜਿਹੜਾ ਆਪਾਂ ਨੂੰ ਰਿਕਮੈਂਡ ਹੈਗਾ ਸਰਕਾਰ ਵੱਲੋਂ, ਸੋ ਉਹ ਕਿੰਨਾ ਕੁ ਪੁਰਾਣਾ ਜਿਹੜੀ ਰਿਪੋਰਟ ਚੱਲ ਜਾਂਦੀ ਹੈਗੀ ਹੈ? ਜਿਹੜਾ ਮੈਂ ਇੰਡੀਆ ਟੂ ਇਥੋਪੀਆ ਟਰੈਵਲ ਕੀਤਾ, ਉਹਦੇ ਵਿੱਚ ਮੇਰਾ ਸਟੇ ਸੀਗਾ ਕਤਰ। ਤੇ ਕਤਰ ਦੇ ਨਿਊ ਰੂਲਸ ਪਤਾ ਲੱਗੇ ਕਿ ਜੇ ਆਪਾਂ ਇੰਡੀਆ ਟੂ ਕਤਰ ਟਰੈਵਲ ਕਰ ਰਹੇ ਹਾਂ, ਜਿਹੜਾ ਕਿ ਦੋਹਾ ਸਿਟੀ ਸੀਗਾ ਕਤਰ ਦੇ ਵਿੱਚ, ਕਤਰ ਦੀਆਂ ਰਿਕੁਆਇਰਮੈਂਟਸ ਇੰਡੀਆ ਤੋਂ ਹੈਗੀਆਂ ਕਿ ਤੁਹਾਨੂੰ 48 ਆਵਰਸ ਦੇ ਵਿੱਚ ਤੁਹਾਡਾ RT-PCR ਟੈਸਟ ਡਨ ਹੋਣਾ ਚਾਹੀਦਾ ਵਿਦਿਨ 48 ਆਵਰਸ, ਜਿਹੜਾ ਕਿ ਥੋੜਾ ਜਿਹਾ ਡਿਫਿਕਲਟ ਹੈ ਕਿਉਂਕਿ ਆਪਾਂ ਨੂੰ ਪਤਾ ਇੰਡੀਆ 'ਚ ਯੂਜੂਅਲੀ ਰਿਪੋਰਟ 36 to 48 ਆਵਰਸ ਦੇ ਵਿੱਚ ਆਉਂਦੀ ਹੈ। ਤਾਂ ਮੈਂ ਸਾਰਿਆਂ ਨੂੰ ਕਹੂੰਗਾ ਕਿ ਆਪਦਾ ਪਤਾ ਕਰੋ ਕਿ ਉੱਥੋਂ ਹੀ ਟੈਸਟ ਕਰਾਓ ਜਿਹੜੇ ਤੁਹਾਨੂੰ ਜਲਦੀ ਤੋਂ ਜਲਦੀ ਰਿਪੋਰਟ ਦੇ ਸਕਦੇ ਆ। ਮੈਂ ਕਹੂੰਗਾ ਕਿ ਯੂਜੂਅਲੀ ਤੁਸੀਂ ਟਰਾਈ ਕਰੋ ਕਿ 48 ਆਵਰਸ ਦੇ ਵਿਦਿਨ ਤੱਕ ਕਰਾਓ ਹੀ, ਤੇ ਜੇ ਹੋ ਸਕਦਾ ਤਾਂ ਕੁਝ ਹੋਰ ਘੰਟੇ ਇਸ ਨੂੰ ਅੱਗੇ ਕਰੋ ਤਾਂ ਜੇ ਤੁਹਾਨੂੰ ਕਦੇ ਵੀ ਪ੍ਰੋਬਲਮ ਨਾ ਆਵੇ। ਬਾਈ ਚਾਂਸ ਜੇ ਕੋਈ, ਬਿਲਕੁਲ ਤੁਹਾਡਾ ਪੁਆਇੰਟ ਤੇ ਨਹੀਂ ਹੋਣਾ ਚਾਹੀਦਾ ਵੀ 48 ਆਵਰਸ ਹੀ ਬੰਦੇ ਹੋਣ। ਇਹ 48 ਆਵਰਸ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਇਹ ਹੈਗੇ ਡਿਪਾਰਚਰ ਤੋਂ ਪਹਿਲਾਂ ਵਾਲੇ 48 ਆਵਰਸ, ਨਾ ਕਿ ਅਰਾਈਵਲ ਇਨ ਦ ਸਿਟੀ ਯੂ ਆਰ ਟਰੈਵਲਿੰਗ ਟੂ। ਓਕੇ। ਸੋ ਇੱਥੇ ਇੱਕ ਚੀਜ਼ ਹੋਰ ਕਿ ਕੁਝ ਲੋਕ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖੇ ਇੰਡੀਆ ਦੇ ਵਿੱਚ ਬਹੁਤ ਪੋਜ਼ੀਟਿਵ ਕੇਸਿਸ ਪਾਏ ਗਏ, ਹੈ ਨਾ? ਜਿਨ੍ਹਾਂ ਨੂੰ ਲਾਈਕ ਥੋੜ੍ਹੇ ਮਾਈਲਡ ਸਿੰਪਟਮ ਸੀਗੇ, ਉਹਨੂੰ ਵੀ ਪੋਜ਼ੀਟਿਵ ਰਿਪੋਰਟ ਉਹਨਾਂ ਦੀ ਆਈ ਹੈਗੀ ਹੈ। ਸੋ ਕੀ ਪੋਜ਼ੀਟਿਵ ਜਿਨ੍ਹਾਂ ਦੀ ਰਿਪੋਰਟ ਆਈ ਹੈਗੀ ਹੈ ਪਿਛਲੇ ਦਿਨਾਂ ਦੇ ਵਿੱਚ, ਉਹ ਵੀ ਟਰੈਵਲ ਕਰ ਸਕਦੇ ਨੇ? ਉਹਨਾਂ ਲਈ ਕੀ ਰਿਸਟ੍ਰਿਕਸ਼ਨਸ ਨੇ ਐਜ਼ ਪਰ ਯੂ ਤੁਹਾਡੇ ਐਕਸਪੀਰੀਅੰਸ ਦੇ ਅਕੋਰਡਿੰਗ? ਦੇਖੋ ਜੀ, ਕੈਨੇਡਾ ਦੀ ਗਵਰਨਮੈਂਟ ਦੀ ਵੈਬਸਾਈਟ ਤੇ ਸਾਰਾ ਕੁਝ ਲਿਸਟਡ ਹੈਗਾ। ਮੈਂ ਸਾਰਿਆਂ ਨੂੰ ਕਹੂੰਗਾ ਜ਼ਰੂਰ ਚੈੱਕ ਕਰਨ। ਪਰ ਜੇ ਤੁਸੀਂ ਇੰਡੀਆ 'ਚ ਪੋਜ਼ਿਟਿਵ ਪਾਏ ਗਏ ਹੋ, ਇੱਕ ਹਾਂਜੀ ਵਾਰੀ ਆਪਾਂ ਵੈਬਸਾਈਟ ਦੱਸ ਦਈਏ, travel.gc.ca ਤੇ ਜਾ ਕੇ ਤੁਸੀਂ ਸਾਥੀਓ ਚੈੱਕ ਕਰ ਸਕਦੇ ਹੋ। ਹਾਂਜੀ, ਹਾਂਜੀ ਅਮਰਪ੍ਰੀਤ। ਉੱਥੇ ਸਭ ਕੁਝ ਲਿਸਟਡ ਹੈ। ਆਲਮੋਸਟ ਤੁਹਾਡਾ ਐਵਰੀ ਕੁਐਸਚਨ ਜਿਹੜਾ ਵੀ ਹੋਊਗਾ ਤੁਸੀਂ ਉਹ ਉੱਥੇ ਲਿਸਟਡ ਹੋਊਗਾ, ਤੁਸੀਂ ਚੈੱਕ ਕਰ ਸਕਦੇ ਹੋ। ਤੇ ਇਹ ਮੈਂ ਕਹਿ ਦੇਣਾ ਚਾਹੁੰਦਾ ਹਾਂ ਕਿਉਂਕਿ ਜੇ ਤੁਸੀਂ ਕਦੇ ਇੰਡੀਆ 'ਚ ਬਾਈ ਚਾਂਸ ਪੋਜ਼ਿਟਿਵ ਪਾਏ ਗਏ ਹੋ ਤਾਂ ਤੁਹਾਨੂੰ ਪੋਜ਼ਿਟਿਵ ਰਿਪੋਰਟ ਦਿਖਾਉਣੀ ਪੈਣੀ ਹੈ। ਤੇ ਚੰਗੀ ਗੱਲ ਹੈ ਤੁਸੀਂ ਦਿਖਾ ਦਿਓ, ਕਿਉਂਕਿ ਮੈਂ ਚੈੱਕ ਕੀਤਾ ਜਿਹੜੇ ਕਿ ਰੂਲਸ ਹੈ ਆਨਲਾਈਨ, ਤੇ ਮੈਂ ਕਿਸੇ ਦੇ ਐਕਸਪੀਰੀਅੰਸ ਦੇ ਥਰੂ ਇਹ ਸੁਣਿਆ ਵੀ ਹੈ ਕਿ ਜੇ ਤੁਸੀਂ ਪੋਜ਼ਿਟਿਵ ਸੀ ਇੰਡੀਆ 'ਚ ਵਿਦਿਨ 14 to 90 days, like past 14, before 14, within 90 days, ਤਾਂ ਤੁਸੀਂ ਮੇਬੀ ਟਰੈਵਲ ਐਗਜ਼ੈਂਪਟ ਹੋ ਸਕਦੇ ਹੋ। ਇਹ ਤੁਹਾਨੂੰ ਕਨਫਰਮ ਕਰ ਲੈਣਾ ਚਾਹੀਦਾ ਕੈਨੇਡੀਅਨ ਅਥਾਰਟੀਜ਼ ਨਾਲ, ਜਾਂ ਤੁਹਾਨੂੰ ਉਹਨਾਂ ਦੀ ਵੈਬਸਾਈਟ ਤੇ ਕਨਫਰਮ ਕਰ ਲੈਣਾ ਚਾਹੀਦਾ। ਤੇ ਮੈਂ ਤੁਹਾਡੀ ਦੇਖੋ, ਮੈਂ ਸੁਜੈਸਟ ਇਹ ਕਰ ਸਕਦਾ ਕਿ ਸਾਰਿਆਂ ਨੂੰ ਇੱਕ ਵਾਰੀ ਟਰੈਵਲ ਤੋਂ 15 ਦਿਨ ਪਹਿਲਾਂ ਵੀ ਟੈਸਟ ਕਰਾ ਕੇ ਦੇਖ ਲੈਣਾ ਚਾਹੀਦਾ, ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਵੀ ਹਾਂ ਤੁਹਾਡਾ ਨੈਗੇਟਿਵ ਆ ਰਿਹਾ ਜਾਂ ਪੋਜ਼ਿਟਿਵ ਹੈ। ਜੇ ਪੋਜ਼ਿਟਿਵ ਆ ਰਿਹਾ ਤੁਹਾਡਾ ਬਾਈ ਚਾਂਸ, ਤਾਂ ਤੁਸੀਂ ਅੱਗੇ ਸਟੈਪ ਲੈ ਸਕਦੇ ਹੋ ਜਾਂ ਮੈਡੀਸਿਨ ਲੈ ਸਕਦੇ ਹੋ ਉਹਨੂੰ, ਤਾਂ ਜੋ ਤੁਹਾਡਾ ਵਿਦਿਨ 48 ਔਰ 72 ਆਵਰਸ ਡਿਪੈਂਡਸ ਔਨ ਹਾਊ ਯੂ ਆਰ ਟਰੈਵਲਿੰਗ, ਤੁਹਾਡਾ ਨੈਗੇਟਿਵ ਆ ਜਾਵੇ। ਇਹ ਇੱਕ ਚੰਗੀ ਗੱਲ ਤੁਸੀਂ ਦੱਸੀ ਕਿ ਉਹਦਾ ਪਹਿਲਾਂ ਇੱਕ ਵਾਰੀ ਟੈਸਟ ਕਰਾ ਕੇ ਵੈਰੀਫਾਈ ਕਰ ਲਓ, ਹੈ ਨਾ? ਤਾਂ ਤੁਸੀਂ ਪ੍ਰਪੇਅਰ ਹਾਂਜੀ, ਕਰ ਸਕਦੇ ਫ੍ਰੀ ਹੋ। ਟੈਸਟ ਕਰਾ ਲਓ ਇੰਡੀਅਨ ਗਵਰਨਮੈਂਟ ਦਾ। ਆਪਾਂ ਤੁਹਾਨੂੰ ਪਤਾ ਇੰਡੀਆ 'ਚ ਜੇ ਤੁਸੀਂ ਗਵਰਨਮੈਂਟ ਇੰਸਟੀਟਿਊਸ਼ਨ ਦੇ ਥਰੂ ਟੈਸਟ ਕਰਾਉਣੇ ਹੋ ਤਾਂ ਉਹ ਫ੍ਰੀ ਪੈਣਾ ਤੁਹਾਨੂੰ।
ਚਾਹੇ ਉਹਦੀ ਰਿਪੋਰਟ 2-3 ਦਿਨਾਂ 'ਚ ਆਊਗੀ, ਪਰ ਇਹ ਚੰਗੀ ਗੱਲ ਹੈ ਜੇ ਤੁਸੀਂ ਸਹੀ 15 ਦਿਨ ਜਾਂ 15-20 ਦਿਨ ਪਹਿਲਾਂ ਇੱਕ ਟੈਸਟ ਕਰਾ ਕੇ ਰੱਖ ਸਕਦੇ ਹੋ, ਤਾਂ ਤੁਹਾਨੂੰ ਪਤਾ ਲੱਗ ਜੇ ਵੀ ਤੁਹਾਡਾ ਨੈਗੇਟਿਵ ਆ ਰਿਹਾ ਜਾਂ ਪੋਜ਼ੀਟਿਵ ਆ ਰਿਹਾ। ਬਾਈ ਚਾਂਸ ਐਂ ਵੀ ਹੁੰਦਾ ਤੁਸੀਂ ਏਸਿੰਪਟੋਮੈਟਿਕ ਹੁੰਦੇ ਹੋ ਤੇ ਤੁਹਾਡਾ ਪੋਜ਼ੀਟਿਵ ਆਉਂਦਾ ਰਹਿੰਦਾ, ਫਿਰ ਤੁਸੀਂ ਐਟਲੀਸਟ ਉਹ ਪੋਜ਼ੀਟਿਵ ਦਿਖਾ ਕੇ ਅੱਗੇ ਟਰੈਵਲ ਕਰਨ ਲਈ ਤੁਹਾਨੂੰ ਈਜ਼ੀ ਰਹੂਗਾ। ਮੇਬੀ ਤੁਸੀਂ ਟਰੈਵਲ ਹੋਟਲ ਐਗਜ਼ੈਂਪਟ ਹੋ। ਓਕੇ, ਇਹ ਵੀ ਇੱਕ ਵੱਡੀ ਗੱਲ ਹੈ, ਜਿਵੇਂ ਤੁਸੀਂ ਦੱਸਿਆ ਕਿ ਹੋਟਲ ਐਗਜ਼ੈਂਪਟ ਹੋ ਸਕਦੇ ਹੋ। ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਜਿਨ੍ਹਾਂ ਦਾ ਕੋਵਿਡ ਪੋਜ਼ੀਟਿਵ ਰਿਪੋਰਟ ਪਾਈ ਗਈ ਹੈ ਪਿਛਲੇ 14 ਤੋਂ 90 ਦਿਨਾਂ ਦੇ ਵਿੱਚ ਤੇ ਉਹਨਾਂ ਨੂੰ ਕੀ ਵਾਕਈ ਉਹ ਹੋਟਲ ਕੁਆਰੰਟੀਨ ਕਰਨ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੈਗੀ? ਤੁਹਾਡੇ ਨਾਲ ਕੋਈ ਇੱਦਾਂ ਦਾ ਐਕਸਪੀਰੀਅੰਸ ਹੋਇਆ ਹੋਵੇ, ਤੁਹਾਡੇ ਜਿਹੜੇ ਨਾਲ ਤੁਹਾਡੇ ਟਰੈਵਲ ਕਰ ਰਹੇ ਸੀਗੇ? ਮੇਰੇ ਨਾਲ ਤਾਂ ਨਹੀਂ ਦੇਖਿਆ ਜੀ ਮੈਂ ਕਿਸੇ ਦਾ, ਪਰ ਮੈਂ ਇਹ ਜ਼ਰੂਰ ਸੁਣਿਆ ਹੋਇਆ ਫਰੈਂਡ ਆਫ ਫਰੈਂਡ ਦੇ ਥਰੂ ਕਿ ਇਹ ਚੀਜ਼ ਹੁੰਦੀ ਹੈ। ਬਾਕੀ ਕੈਨੇਡੀਅਨ ਗਵਰਨਮੈਂਟ ਦੀ ਵੈਬਸਾਈਟ ਤੇ ਵੀ ਇਹੀ ਲਿਖਿਆ ਹੋਇਆ ਵੀ ਜੇ ਤੁਹਾਡੀ ਪੋਜ਼ੀਟਿਵ ਰਿਪੋਰਟ ਪਾਈ ਗਈ ਸੀ ਤਾਂ ਤੁਸੀਂ ਟਰੈਵਲ ਐਗਜ਼ੈਂਪਟ ਟਰੈਵਲ ਐਗਜ਼ੈਂਪਟ ਨਹੀਂ, ਸੌਰੀ, ਹੋਟਲ ਮੈਂਡੇਟਰੀ ਹੋਟਲ ਕੁਆਰੰਟੀਨ ਤੋਂ ਐਗਜ਼ੈਂਪਟ ਹੋ। ਐਗਜ਼ੈਂਪਟ ਹੋ, ਓਕੇ। ਸੋ ਸਾਥੀਓ, ਤੁਸੀਂ ਇਹ ਚੀਜ਼ ਹੈ ਜਿਹੜੀ ਵੈਰੀਫਾਈ ਜ਼ਰੂਰ ਕਰੋ। ਇੱਕ ਵਾਰੀ travel.gc.ca ਨੂੰ ਜ਼ਰੂਰ ਚੰਗੀ ਤਰ੍ਹਾਂ ਚੈੱਕ ਕਰੋ। ਜੇ ਤੁਹਾਡਾ ਕੋਈ ਡਾਊਟ ਹੋਇਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਵੀ ਪੁੱਛ ਸਕਦੇ ਹੋ। ਸੋ ਅਮਰਪ੍ਰੀਤ ਜੀ, ਅੱਗੇ ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਦਿੱਲੀ ਏਅਰਪੋਰਟ ਤੇ ਗਏ, ਆਪਾਂ ਬਹੁਤ ਸੁਣਿਆ ਹੈਗਾ ਕਿ ਕਾਫੀ ਤੰਗ ਕਰਦੇ ਹੈਗੇ, ਇਵਨ ਕਿ ਅੰਮ੍ਰਿਤਸਰ ਇਮੀਗ੍ਰੇਸ਼ਨ ਆਫਿਸਰਸ ਜਿਹੜੇ ਹੈਗੇ ਨੇ ਉਹਨਾਂ ਨੇ ਵੀ ਕਾਫੀ, ਆਪਾਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਹੈਗਾ ਕਿ ਕਾਫੀ ਲੋਕ ਪਰੇਸ਼ਾਨ ਹੋਏ ਨੇ। ਸੋ ਤੁਹਾਡਾ ਐਕਸਪੀਰੀਅੰਸ ਉੱਥੇ ਕਿਵੇਂ ਦਾ ਰਿਹਾ, ਤੇ ਤੁਹਾਡੇ ਸਾਥੀ ਜਿਹੜੇ ਨਾਲ ਦੇ ਸੀਗੇ ਉਹਨਾਂ ਦਾ ਵੀ, ਜੇ ਤੁਹਾਨੂੰ ਕੋਈ ਲੱਗੇ ਕਿ ਚੀਜ਼ ਦੱਸਣ ਵਾਲੀ ਹੈਗੀ ਤਾਂ ਜ਼ਰੂਰ ਸ਼ੇਅਰ ਕਰੋ। ਦਿੱਲੀ ਦਾ ਮੈਂ ਕਹੂੰਗਾ, ਮੈਂ ਦਿੱਲੀ ਤੋਂ ਟਰੈਵਲ ਕੀਤਾ ਸੀ। ਸਭ ਤੋਂ ਪਹਿਲੀ ਜ਼ਰੂਰੀ ਗੱਲ ਹੈ ਜਿਹੜੀ, ਆਪਦੇ ਸਾਰੇ ਡਾਕੂਮੈਂਟ ਰੈਡੀ ਰੱਖੋ। ਜੋ ਵੀ ਤੁਹਾਡੇ ਡਾਕੂਮੈਂਟ ਨੇ ਡਿਪੈਂਡ ਕਰ ਰਿਹਾ ਤੁਸੀਂ ਵੀ ਕਿਹੜੇ ਵੀਜ਼ੇ ਤੇ ਟਰੈਵਲ ਕਰ ਰਹੇ ਹੋ। ਤੁਸੀਂ ਵਰਕ ਵੀਜ਼ੇ ਤੇ ਟਰੈਵਲ ਕਰ ਰਹੇ ਹੋ ਜਾਂ ਤੁਸੀਂ ਐਜ਼ ਅ ਪਰਮਾਨੈਂਟ ਰੈਜ਼ੀਡੈਂਟ ਔਰ ਕੈਨੇਡੀਅਨ ਸਿਟੀਜ਼ਨ ਟਰੈਵਲ ਕਰ ਰਹੇ ਹੋ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਡਾਕੂਮੈਂਟ ਤੁਹਾਨੂੰ ਚਾਹੀਦੇ ਆ। ਜਿਵੇਂ ਕਿ ਵਰਕ ਪਰਮਿਟ ਦਾ ਮੈਂ ਤੁਹਾਨੂੰ ਦੱਸ ਸਕਦਾ, ਮੈਨੂੰ ਇੱਕ ਤਾਂ ਜਿਹੜਾ ਕਿ ਮੇਰਾ ਹੈਗਾ ਟਰੈਵਲ ਵੀਜ਼ਾ, ਵਰਕ ਪਰਮਿਟ ਟਰੈਵਲ ਵੀਜ਼ਾ, ਜਿਹੜੀ ਸਟੈਂਪ ਹੈ ਮੇਰੇ ਪਾਸਪੋਰਟ ਤੇ, ਉਹ ਤੇ ਇੱਕ ਤੁਹਾਡਾ ਵਰਕ ਪਰਮਿਟ ਵੀ ਨਾਲ ਹੋਣਾ ਚਾਹੀਦਾ ਦਿਖਾਉਣ ਲਈ ਐਜ਼ ਅ ਰੈਫਰੈਂਸ। ਉਹ ਕਦੇ ਤੁਹਾਡੇ ਤੋਂ ਪੁੱਛ ਸਕਦੇ ਆ, ਕਦੇ ਨਹੀਂ। ਪਲੱਸ ਡਿਪੈਂਡ ਕਰਦਾ ਤੁਸੀਂ ਕਿਹੜੀ ਕੰਟਰੀ ਦੇ ਥਰੂ ਆ ਰਹੇ ਹੋ। ਮੈਕਸੀਕੋ ਦਾ ਮੈਂ ਕਹੂੰਗਾ ਤੁਹਾਨੂੰ ਜ਼ਰੂਰ ਚੈੱਕ ਕਰੋ। ਇਥੋਪੀਆ, ਜਿਹੜਾ ਕਿ ਮੈਂ ਟਰੈਵਲ ਕੀਤਾ, ਆਪਾਂ ਇਥੋਪੀਆ ਦਾ ਈ ਵੀਜ਼ਾ ਲੈ ਸਕਦੇ ਹਾਂ ਆਨਲਾਈਨ, ਜਿਹੜਾ ਕਿ 1 to 3 ਆਵਰਸ ਦੇ ਵਿੱਚ ਆ ਜਾਣਾ ਚਾਹੀਦਾ ਤੁਹਾਡਾ। ਡਿਪੈਂਡਸ ਤੁਸੀਂ ਕਦੋਂ ਰਿਪਲਾਈ ਕਰ ਰਹੇ ਹੋ, ਮਾਰਨਿੰਗ 'ਚ ਜਾਂ ਡੇ 'ਚ, ਇਥੋਪੀਆ ਦੇ ਹਿਸਾਬ ਨਾਲ। ਮੇਰਾ ਵਿਦਿਨ 1 ਆਵਰ ਆ ਗਿਆ ਸੀ ਇਥੋਪੀਆ ਦਾ ਈ ਵੀਜ਼ਾ। ਸੋ ਮੇਰੇ ਤੋਂ ਦਿੱਲੀ ਇਮੀਗ੍ਰੇਸ਼ਨ ਆਫਿਸਰ ਨੇ ਮੇਰਾ ਟਰੈਵਲ ਵੀਜ਼ਾ, ਜੋ ਕਿ ਕੈਨੇਡੀਅਨ ਪਾਸਪੋਰਟ ਤੇ ਸਟੈਂਪ ਦੇਖਿਆ, ਬੋਰਡਿੰਗ ਪਾਸ ਦੇਖਿਆ ਫਲਾਈਟ ਦਾ, ਤੇ ਇਥੋਪੀਆ ਦਾ ਟਰੈਵਲ ਵੀਜ਼ਾ ਦੇਖਿਆ, ਤੇ ਬਾਕੀ ਜੋ ਰੀਜ਼ਨ ਪੁੱਛਦੇ ਆ ਵੀ ਤੁਸੀਂ ਕਿਉਂ ਟਰੈਵਲ ਕਰ ਰਹੇ ਹੋ, ਕਿੱਥੇ ਜਾ ਰਹੇ ਹੋ, ਕਿਹੜੀ ਕੰਟਰੀ ਦੇ ਥਰੂ ਜਾ ਰਹੇ ਹੋ। ਸੋ ਇੱਥੇ ਮੈਂ ਇੱਕ ਹੋਰ ਕੁਐਸਚਨ, ਲਾਈਕ ਕੁਝ ਲੋਕ ਕਹਿੰਦੇ ਨੇ ਕਿ ਤੁਸੀਂ ਇਹ ਨਾ ਦੱਸੋ ਕਿ ਅੱਗੇ ਕੈਨੇਡਾ ਟਰੈਵਲ ਕਰਨਾ, ਹੈ ਨਾ? ਸੋ ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ, ਤੇ ਤੁਹਾਡਾ ਉਸ ਚੀਜ਼ ਬਾਰੇ ਕਿਵੇਂ ਐਕਸਪੀਰੀਅੰਸ ਰਿਹਾ? ਦੇਖੋ ਜੀ, ਮੈਂ ਵੀ ਸੁਣਿਆ ਸੀ, ਮੈਨੂੰ ਵੀ ਕਿਹਾ ਸੀ ਕਈਆਂ ਨੇ ਕਿ ਤੁਸੀਂ ਨਾ ਦੱਸੋ ਉਹਨਾਂ ਨੂੰ ਤੁਸੀਂ ਅੱਗੇ ਕੈਨੇਡਾ ਟਰੈਵਲ ਕਰਨਾ। ਮੈਂ ਇਹਦੇ ਬਾਰੇ ਕੁਝ ਖਾਸ ਕਮੈਂਟ ਨਹੀਂ ਕਰ ਸਕਦਾ, ਕਿਉਂਕਿ ਡਿਪੈਂਡ ਕਰਦਾ ਤੁਸੀਂ ਕਿਹੜੇ ਇਮੀਗ੍ਰੇਸ਼ਨ ਆਫਿਸਰ ਕੋਲ ਜਾ ਰਹੇ ਹੋ। ਮੈਂ ਯੂਜੂਅਲੀ ਨਹੀਂ ਦੇਖਿਆ ਹੈ ਵੀ ਤੁਹਾਨੂੰ ਪੁੱਛਣ ਜਾਂ ਉਹ ਤੁਹਾਨੂੰ ਰੋਕਣ ਵੀ ਤੁਸੀਂ ਅੱਗੇ ਕੈਨੇਡਾ ਟਰੈਵਲ ਨਹੀਂ ਕਰ ਸਕਦੇ। ਮੇਰੀ ਜੋ ਗੱਲ ਹੋਈ ਸੀ, ਉਹਨਾਂ ਨੇ ਮੈਨੂੰ ਪੁੱਛਿਆ ਤੁਸੀਂ ਕਿੱਥੇ ਜਾ ਰਹੇ ਹੋ, ਮੈਂ ਉਹਨਾਂ ਨੂੰ ਦੱਸਤਾ ਸੀ ਕੈਨੇਡਾ। ਉਹਨਾਂ ਨੇ ਮੇਰੀ ਸਟੈਂਪ ਵੀ ਦੇਖ ਲਈ ਸੀ ਪਾਸਪੋਰਟ ਤੇ, ਕਿਉਂਕਿ ਉਹਨਾਂ ਨੇ ਤੁਹਾਡਾ ਪਾਸਪੋਰਟ ਸਾਰਾ ਚੈੱਕ ਕਰਨਾ, ਉੱਥੇ ਸਭ ਕੁਝ ਦਿਖ ਜਾਣਾ, ਤੁਹਾਡਾ ਵੀਜ਼ਾ ਵੀ। ਤੇ ਠੀਕ ਹੈ, ਉਹਨਾਂ ਨੇ ਪੁੱਛਿਆ ਵੀ ਮੈਂ ਇਥੋਪੀਆ ਦੇ ਥਰੂ ਜਾਣਾ ਮੈਂ ਇਵੈਂਚੁਅਲੀ ਕੈਨੇਡਾ, ਤਾਂ ਇਹ ਮੈਂ ਉਹਨਾਂ ਨੂੰ ਦੱਸਤਾ ਸੀ। ਇੱਕ ਇਸ਼ੂ ਆਉਂਦਾ ਵੀ ਕਈ ਲੋਕ ਕਹਿੰਦੇ ਰਿਟਰਨ ਟਿਕਟ ਵੀ ਬੁੱਕ ਕਰਾਉਣੀ ਚਾਹੀਦੀ ਹੈ, ਪਰ ਮੈਂ ਨਹੀਂ ਇਹ ਕਰਾਈ ਸੀ, ਕਈਆਂ ਨੇ ਕਰਾਈ ਵੀ ਸੀ। ਸਿਰਫ ਮੈਂ ਇੱਕ ਕੇਸ ਸੁਣਿਆ ਜਿਨ੍ਹਾਂ ਤੋਂ ਉਹਨਾਂ ਨੇ ਮੰਗ ਲਈ ਸੀ ਰਿਟਰਨ ਟਿਕਟ ਦਿਖਾਓ। ਯੂਜੂਅਲੀ ਮੈਂ ਇਹ ਨਹੀਂ ਦੇਖਿਆ ਵੀ ਕੋਈ ਦਿੱਲੀ ਇਮੀਗ੍ਰੇਸ਼ਨ ਆਫਿਸਰ ਤੁਹਾਡੇ ਤੋਂ ਰਿਟਰਨ ਟਿਕਟ ਮੰਗ ਰਿਹਾ। ਇੱਕ ਚੀਜ਼ ਜ਼ਰੂਰ ਧਿਆਨ 'ਚ ਰੱਖਿਓ ਵੀ ਤੁਸੀਂ ਅੱਗੇ ਉਹਨਾਂ ਨੂੰ ਕੈਨੇਡਾ ਦੀ ਔਨਵਰਡ ਫਰੋਮ ਇਥੋਪੀਆ ਟੂ ਕੈਨੇਡਾ ਟਿਕਟ ਜ਼ਰੂਰ ਪ੍ਰੈਜ਼ੈਂਟ ਕਰ ਸਕੋ ਜੇ ਉਹ ਪੁੱਛਣ ਬਾਈ ਚਾਂਸ। ਓਕੇ, ਸੋ ਕਿਹੜੇ ਡਾਕੂਮੈਂਟਸ ਜਿਹੜੇ ਹੈਗੇ ਆ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਵਰਕ ਪਰਮਿਟ ਸੀਗਾ ਤੁਹਾਡੇ ਕੋਲੇ, ਹੈ ਨਾ? ਤੇ ਡਿਊਰਿੰਗ ਵਰਕ ਪਰਮਿਟ ਸਾਡੇ ਕੋਲੇ ਕਿਹੜੇ ਡਾਕੂਮੈਂਟਸ ਹੋਣੇ ਚਾਹੀਦੇ ਨੇ ਟਰੈਵਲ ਇਸ ਦੌਰਾਨ ਸਾਨੂੰ ਟਰੈਵਲ ਕਰਨ ਲਈ? ਵਰਕ ਪਰਮਿਟ ਵੇਲੇ ਇੱਕ ਤਾਂ ਤੁਹਾਡੇ
ਕੋਲ ਜਿਹੜਾ ਮੈਂ ਵਰਕ ਪਰਮਿਟ ਆਪਣਾ ਆਉਂਦਾ ਹੈ ਗਵਰਨਮੈਂਟ ਆਫ ਕੈਨੇਡਾ ਦਾ, ਜਿੱਤੇ ਆਪਣੀਆਂ ਸਾਰੀਆਂ ਡਿਟੇਲਸ, ਐਕਸਪਾਇਰੀ ਡੇਟ, ਵਰਕ ਪਰਮਿਟ ਦੀ ਇਸ਼ੂ ਡੇਟ, ਸਭ ਕੁਝ ਲਿਖਿਆ ਹੁੰਦਾ, ਉਹ ਹੋਣਾ ਚਾਹੀਦਾ। ਇੱਕ ਪਾਸਪੋਰਟ ਤੇ ਜਿਹੜੀ ਆਪਣੀ ਸਟੈਂਪ ਹੁੰਦੀ ਹੈ ਜਿਹਦੇ ਥਰੂ ਆਪਾਂ ਟਰੈਵਲ ਕਰਦੇ ਹਾਂ, ਟਰੈਵਲ ਵੀਜ਼ਾ ਸਟੈਂਪ ਕਹਿੰਦੇ ਆ ਉਹਨੂੰ, ਆਮ ਪ੍ਰੀਟੀ ਸ਼ੋਰ, ਤੇ ਉਹ ਜ਼ਰੂਰ ਹੋਣੀ ਚਾਹੀਦੀ ਹੈ ਤੁਹਾਡੇ ਪਾਸਪੋਰਟ ਤੇ, ਕਿਉਂਕਿ ਤੁਸੀਂ ਇਕੱਲੇ ਵਰਕ ਪਰਮਿਟ ਦਾ ਜਿਹੜਾ ਲੈਟਰ ਹੁੰਦਾ ਉਹਦੇ ਤੇ ਟਰੈਵਲ ਨਹੀਂ ਕਰ ਸਕਦੇ। ਤੇ ਲਾਈਕ ਜਿਵੇਂ ਆਪਣਾ ਜੌਬ, ਇੰਪਲੋਇਮੈਂਟ ਲੈਟਰ, ਪੇ ਸਟੱਬਸ, ਇਹਨਾਂ ਦੀ ਕੋਈ ਹੈਲਪ? ਹਾਂਜੀ, ਐਜ਼ ਅ ਵਰਕ ਪਰਮਿਟ ਤੁਹਾਨੂੰ ਚੰਗੀ ਗੱਲ ਹੈ ਤੁਸੀਂ ਆਪਣਾ ਜੌਬ ਲੈਟਰ ਵੀ ਨਾਲ ਰੱਖੋ, ਕਿਉਂਕਿ ਜੌਬ ਲੈਟਰ ਮੈਨੂੰ ਇਥੋਪੀਆ ਵੀ ਦਿਖਾਉਣਾ ਪਿਆ ਸੀ, ਆਪਦਾ ਰੀਸੈਂਟ ਜੌਬ ਲੈਟਰ। ਸੋ ਹੋ ਸਕੇ ਤਾਂ ਤੁਸੀਂ ਟਰਾਈ ਕਰੋ ਕਿ ਆਪਦੇ HR ਤੋਂ ਵਿਦਿਨ ਲਾਈਕ 1 ਵੀਕ ਨਵਾਂ ਜੌਬ ਲੈਟਰ ਮੰਗਾ ਲਓ ਤੇ ਉਹ ਪ੍ਰਿੰਟ ਕਰਕੇ ਜ਼ਰੂਰ ਲੈ ਜਾਓ। ਸਾਰੇ ਡਾਕੂਮੈਂਟ ਦੀਆਂ ਕਾਪੀਜ਼ ਤੇ ਪ੍ਰਿੰਟ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ। ਬਾਕੀ ਮੈਂ ਆਪਦੇ ਪੁਰਾਣੇ ਪੇਚੈਕਸ, ਜਦੋਂ ਮੈਂ ਕੈਨੇਡਾ 'ਚ ਸੀਗਾ, ਜਦੋਂ ਮੈਂ ਇੱਥੇ ਕੰਮ ਕਰ ਰਿਹਾ ਸੀ, ਜਿਹੜੇ ਮੇਰੇ ਪੇਚੈਕ ਆਏ ਸੀ ਮੈਂ ਉਹਨਾਂ ਦਾ ਵੀ ਪ੍ਰਿੰਟ ਆਊਟ ਨਾਲ ਲੈ ਗਿਆ ਸੀਗਾ, ਇਨ ਕੇਸ ਇਫ ਦੇ ਆਸਕ ਮੀ ਫॉर दैट। ਓਕੇ। ਸੋ ਜਦੋਂ ਤੁਹਾਡੀ ਬੋਰਡਿੰਗ ਸਟਾਰਟ ਹੋਈ ਇੰਡੀਆ, ਦਿੱਲੀ ਤੋਂ 에ਅਰਪੋਰਟ ਤੋਂ ਇਥੋਪੀਆ ਲਈ, ਆਈ ਥਿੰਕ ਤੁਸੀਂ ਕਤਰ ਦੇ ਥਰੂ ਗਏ ਸੀਗੇ, ਰਾਈਟ? ਇਥੋਪੀਆ। ਹਾਂਜੀ, ਮੈਂ ਕਤਰ ਦੇ ਬੋਰਡਿੰਗ। ਥਰੂ ਗਿਆ ਸੀ, ਪਰ ਦਿੱਲੀ ਤੋਂ ਇਥੋਪੀਆ ਡਾਇਰੈਕਟ ਫਲਾਈਟਸ ਵੀ ਚੱਲਦੀਆਂ, ਜੇ ਤੁਸੀਂ ਲੱਕੀ ਹੋ ਤਾਂ ਉਹ ਤੁਹਾਨੂੰ ਮਿਲ ਸਕਦੀਆਂ, ਪਰ ਮੈਂ ਜਦ ਬੁੱਕ ਕਰਾਈ ਸੀ ਉਹ ਫਲਾਈਟਸ ਆਲਰੇਡੀ ਬੁੱਕ ਹੋ ਚੁੱਕੀਆਂ ਸੀ, ਤਾਂ ਮੈਨੂੰ ਵੀਆ ਕਤਰ, ਦੋਹਾ ਕਤਰ ਜਾਣਾ ਪਿਆ ਤੇ ਉੱਥੇ 14 ਘੰਟਿਆਂ ਦਾ ਸਟੇ ਸੀ, ਜਿਹੜਾ ਕਿ ਕਾਫੀ ਲੰਬਾ ਸਟੇ ਹੈ, ਪਰ ਇਹੀ ਇੱਕ ਵੇ ਸੀਗਾ ਤੇ ਸਾਰਿਆਂ ਨੇ ਬਾਕੀਆਂ ਨੇ ਕਰਨਾ ਪਿਆ ਇਹ ਸਾਰਿਆਂ ਨੂੰ। ਇੱਕ ਚੀਜ਼ ਹੋਰ, ਤੁਸੀਂ ਜਿਹੜੀਆਂ ਟਿਕਟ ਸੀਗੀਆਂ ਇਹ ਤੁਸੀਂ ਡਾਇਰੈਕਟ ਵੈਬਸਾਈਟ ਤੋਂ ਲਾਈਕ ਜਿਵੇਂ ਮੇਕ ਮਾਈ ਟ੍ਰਿਪ, ਐਕਸਪੀਡੀਆ ਵਗੈਰਾ ਤੋਂ ਬੁੱਕ ਕੀਤੀਆਂ ਜਾਂ ਕਿਸੇ ਏਜੰਟ ਦੇ ਥਰੂ ਕੀਤੀਆਂ? ਇਹ ਵੀ ਥੋੜਾ ਜਿਹਾ ਦੱਸ ਦਿਓ ਕਿ ਆਪਾਂ ਨੂੰ ਕਿਹਦੇ ਥਰੂ ਕਰਵਾਉਣੀ ਚਾਹੀਦੀ ਹੈਗੀ ਟਿਕਟ? ਮੈਂ ਤਾਂ ਜੀ ਇਹ ਕਰਵਾਈਆਂ ਸੀ, ਮੈਂ ਐਕਚੁਅਲੀ ਇੱਕ ਏਜੰਟ ਨੂੰ ਕੰਸਲਟ ਕੀਤਾ ਸੀ ਵੀ ਇਹ ਰੂਟ ਚੱਲ ਰਿਹਾ ਜਾਂ ਟਿਕਟਾਂ ਹੋ ਰਹੀਆਂ ਬੁੱਕ, ਤਾਂ ਉਹਨਾਂ ਨੇ ਕਿਹਾ ਸੀ ਵੀ ਹਾਂ ਟਿਕਟਾਂ ਬੁੱਕ ਹੋ ਰਹੀਆਂ। ਬਾਕੀ ਮੈਂ ਇਹ ਕਹੂੰਗਾ ਤੁਸੀਂ ਚੈੱਕ ਕਰੋ ਆਨਲਾਈਨ ਖੁਦ ਵੀ ਸਾਰੀਆਂ ਵੈਬਸਾਈਟਸ ਤੇ, ਇੰਡੀਅਨ ਵੈਬਸਾਈਟਸ ਤੇ, ਕੈਨੇਡੀਅਨ ਵੈਬਸਾਈਟਸ ਤੇ ਇੱਕ ਏਜੰਟ ਨਾਲ ਵੀ ਕੰਸਲਟ ਕਰ ਲਓ, ਤੇ ਜਿੱਥੋਂ ਵੀ ਤੁਹਾਨੂੰ ਚੀਪ ਜਾਂ ਬੈਸਟ ਪ੍ਰਾਈਸ ਮਿਲਦੀ ਹੈ ਟਿਕਟ ਦੀ, ਉਹ ਵੀ ਤੁਸੀਂ ਜ਼ਰੂਰ ਚੈੱਕ ਕਰੋ ਵੀ ਤੁਹਾਨੂੰ ਕਿੱਥੋਂ ਬੈਸਟ ਪ੍ਰਾਈਸ ਮਿਲਦਾ। ਮੈਂ ਇੱਥੇ ਐਡ ਕਰਨਾ ਚਾਹੂੰਗਾ ਐਜ਼ ਜਸਟ ਲਾਈਕ ਅ ਸਾਈਡ ਨੋਟ ਕਿ ਕਈ ਵਾਰ ਤੁਹਾਨੂੰ ਡਾਇਰੈਕਟ ਕੰਪਨੀ, ਜਿਹੜੀ 에ਅਰਲਾਈਨ ਦੇ ਥਰੂ ਤੁਸੀਂ ਟਰੈਵਲ ਕਰ ਰਹੇ ਹੋ, ਸਿੱਧਾ 에ਅਰਲਾਈਨ ਨਾਲ ਟਿਕਟ ਕਰਾਉਣ ਦੇ ਵੀ ਕੁਝ ਬੈਨੀਫਿਟਸ ਹੋ ਸਕਦੇ ਆ, ਤਾਂ ਉਹ ਜ਼ਰੂਰ ਤੁਸੀਂ ਆਪਦੀ ਰਿਸਰਚ ਕਰਕੇ ਦੇਖ ਸਕਦੇ ਹੋ ਕਿਹੜਾ ਤੁਹਾਨੂੰ ਬੈਸਟ ਐਂਡ ਅਫੋਰਡੇਬਲ ਰਹਿੰਦਾ। ਓਕੇ। ਸੋ ਸਾਥੀਓ, ਤੁਸੀਂ ਡਾਇਰੈਕਟ 에ਅਰਲਾਈਨ ਨਾਲ ਜ਼ਰੂਰ ਕੰਟੈਕਟ ਬਣਾ ਕੇ ਰੱਖੋ, ਉਹਨਾਂ ਤੋਂ ਪੁੱਛਦੇ ਰਹੋ ਆਪਣਾ ਸਟੇਟਸ, ਤੇ ਆਪਣਾ ਵੀਜ਼ਾ ਸਟੇਟਸ ਹੈਗਾ ਜਿਹੜਾ ਉਹ ਵੀ ਚੈੱਕ ਕਰਦੇ ਰਹੋ। ਕੁਝ ਲੋਕਾਂ ਦਾ ਵੀਜ਼ਾ ਜਿਹੜਾ ਹੈਗਾ ਉਹ ਐਕਸਪਾਇਰ ਹੋ ਜਾਂਦਾ ਹੈਗਾ, ਤੁਸੀਂ IRCC ਦੀ ਵੈਬਸਾਈਟ ਤੇ ਜਾ ਕੇ ਉਹ ਵੀ ਚੈੱਕ ਕਰਦੇ ਰਹੋ, ਤੇ 에ਅਰਲਾਈਨ ਨਾਲ ਵੀ ਕੰਟੈਕਟ ਬਣਾ ਕੇ ਰੱਖੋ। ਸੋ ਅਮਰਪ੍ਰੀਤ ਸਿੰਘ, ਜਦੋਂ ਤੁਸੀਂ ਬੋਰਡਿੰਗ ਕਰਨ ਲੱਗੇ, 에ਅਰਲਾਈਨ ਨੇ ਤੁਹਾਡੇ ਤੋਂ ਕੋਈ ਕੁਐਸਚਨ ਲਾਈਕ ਕੋਈ ਡਾਕੂਮੈਂਟ ਵੈਰੀਫਿਕੇਸ਼ਨ, ਕਿੱਦਾਂ ਦਾ ਐਕਸਪੀਰੀਅੰਸ ਰਿਹਾ ਦਿੱਲੀ 에ਅਰਪੋਰਟ ਤੇ? ਦਿੱਲੀ 에ਅਰਪੋਰਟ ਤੇ ਯੂਜੂਅਲੀ ਸਾਰਾ ਕੁਝ ਇਮੀਗ੍ਰੇਸ਼ਨ ਤੇ ਚੈੱਕ ਕਰ ਲਿਆ ਸੀ, ਬਾਕੀ ਜਦੋਂ ਬੋਰਡਿੰਗ ਪਾਸ ਲਈ ਉਦੋਂ ਵੀ ਉਹ ਤੁਹਾਡਾ ਟੈਸਟ ਚੈੱਕ ਕਰ ਲੈਂਦੇ ਆ, ਤੇ ਤੁਹਾਡਾ ਵੀਜ਼ਾ ਐਂਡ ਵੀਜ਼ਾ ਟੂ ਇਥੋਪੀਆ, ਜਿਹੜੀ ਵੀ ਕੰਟਰੀ ਤੁਸੀਂ ਟਰੈਵਲ ਕਰ ਰਹੇ ਹੋ। ਬੋਰਡਿੰਗ ਵੇਲੇ ਕੁਝ ਰਾਈਟ ਐਟ ਦ ਲਾਈਕ ਪੁਆਇੰਟ ਆਫ ਬੋਰਡਿੰਗ ਬਾਈ ਦ ਪਲੇਨ ਉਹਨਾਂ ਨੇ ਕੁਝ ਖਾਸ ਨਹੀਂ ਪੁੱਛਿਆ, ਬੇਸਿਕਲੀ ਤੁਹਾਡਾ ਪਾਸਪੋਰਟ ਦੇਖਦੇ ਆ, ਬੋਰਡਿੰਗ ਪਾਸ ਦੇਖਦੇ ਆ, ਰੇਅਰ ਕੇਸ 'ਚ ਕੋਈ ਹੋਰ ਡਾਕੂਮੈਂਟ ਮੰਗ ਸਕਦੇ ਆ। ਤੁਸੀਂ ਹਮੇਸ਼ਾ ਆਪਦੇ ਡਾਕੂਮੈਂਟ ਸਾਰੇ ਰੈਡੀ ਰੱਖੋ, ਆਪਦੇ ਜੋ ਵੀ ਤੁਹਾਡੇ ਕੋਲ ਬੈਗ ਕੈਰੀ ਕਰ ਰਹੇ ਹੋ ਤੁਸੀਂ ਨਾਲ, ਕੈਬਿਨ ਬੈਗ ਹੋਇਆ ਜਾਂ ਜੋ ਵੀ ਤੁਹਾਡਾ ਲੈਪਟਾਪ ਬੈਗ ਹੋਇਆ, ਉਹ 'ਚ ਸਾਰੇ ਡਾਕੂਮੈਂਟ ਇੱਕ ਫਾਈਲ 'ਚ ਮੈਂ ਕਹੂੰਗਾ ਕਿ ਰੈਡੀ ਕਰਕੇ ਰੱਖੋ। ਕਾਪੀਜ਼ ਰੱਖੋ ਵਰਕ ਪਰਮਿਟ ਦੀਆਂ, ਵੀਜ਼ਾ ਦੀਆਂ, ਵਰਕ ਐਂਡ ਕੋਵਿਡ ਰਿਪੋਰਟ ਦੀਆਂ ਵੀ ਕਈ ਵਾਰ ਕਾਪੀਜ਼ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਸੀ ਕਤਰ 에ਅਰਵੇਜ਼ ਤੇ ਕਿ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ, ਤਾਂ ਇਹ ਕੁਝ ਚੀਜ਼ਾਂ ਨਾਲ ਜ਼ਰੂਰ ਰੱਖਣੀਆਂ ਚਾਹੀਦੀਆਂ, ਆਪਦੇ ਜ਼ਰੂਰੀ ਡਾਕੂਮੈਂਟਸ ਜਿਹੜੇ ਤੁਹਾਨੂੰ ਲੱਗਦਾ ਵੀ ਕਦੇ ਵੀ ਮੰਗੇ ਜਾ ਸਕਦੇ। ਤੇ ਉਸ ਤੋਂ ਬਾਅਦ ਤੁਸੀਂ ਦੋਹਾ ਕਤਰ ਆਈ ਥਿੰਕ 3-4 ਘੰਟੇ 'ਚ ਪਹੁੰਚ ਗਏ, ਰਾਈਟ? ਤੇ ਹਾਂਜੀ, ਦੋਹਾ ਤੱਕ ਦੀ ਫਲਾਈਟ ਸੀਗੀ 6 ਘੰਟੇ, ਅਬਾਊਟ 5 to 6 ਆਵਰਸ ਦੀ। 5 to 6 ਆਵਰਸ। ਸੋ ਆਈ ਹੋਪ ਕਿ ਤੁਹਾਡਾ ਐਕਸਪੀਰੀਅੰਸ ਫਲਾਈਟ ਦੇ ਵਿੱਚ ਵਧੀਆ ਰਿਹਾ ਹੋਊਗਾ, ਖਾਣਾ ਵਗੈਰਾ ਠੀਕ ਮਿਲਿਆ ਹੋਊਗਾ, ਤੇ ਉਸ ਤੋਂ ਬਾਅਦ ਕਤਰ 에ਅਰਵੇਜ਼ ਆਪਾਂ ਨੂੰ ਪਤਾ ਵੀ ਚੰਗੀ 에ਅਰਲਾਈਨ ਹੈ, ਤਾਂ ਫੂਡ ਵਧੀਆ ਸੀ ਉਹਨਾਂ ਦਾ, ਸਰਵਿਸ ਵਧੀਆ ਸੀ। ਓਕੇ, ਨਾਈਸ। ਸੋ ਨੈਕਸਟ ਆਈ ਥਿੰਕ ਦੋਹਾ ਕਤਰ ਤਾਂ ਤੁਸੀਂ ਇਮੀਗ੍ਰੇਸ਼ਨ ਤੁਹਾਡੀ ਹੋਈ ਨਹੀਂ ਹੈ ਨਾ, ਉੱਥੇ ਤੁਸੀਂ ਵੇਟ ਹੀ ਕੀਤਾ, ਸਟੇ ਹੀ ਕੀਤਾ 15 ਘੰਟੇ, ਤੇ ਉਸ ਤੋਂ ਬਾਅਦ ਜਦੋਂ ਤੁਸੀਂ ਦੋਹਾ ਕਤਰ ਤੋਂ
ਇਥੋਪੀਆ ਨੂੰ ਜਾਣ ਲੱਗੇ ਤਾਂ ਉਦੋਂ ਤੁਹਾਡੇ ਤੋਂ ਕੋਈ ਲਾਈਕ ਐਨੀ ਡਾਕੂਮੈਂਟ ਵੈਰੀਫਿਕੇਸ਼ਨ, ਲਾਈਕ ਤੁਹਾਡਾ ਟੈਸਟ ਜਿਹੜਾ ਸੀਗਾ ਉਹ ਐਕਸਪਾਇਰ ਤਾਂ ਨਹੀਂ ਸੀਗਾ ਹੋ ਗਿਆ, ਹੈ ਨਾ? ਕੁਛ ਕਿਵੇਂ ਦਾ ਰਿਹਾ ਉੱਥੇ ਐਕਸਪੀਰੀਅੰਸ ਤੁਹਾਡਾ? ਇਥੋਪੀਆ ਦਾ ਜਦੋਂ ਮੈਂ ਟਰੈਵਲ ਕੀਤਾ ਜੀ, ਉਹਨਾਂ ਦੀਆਂ ਰਿਕੁਆਇਰਮੈਂਟ ਸੀ ਵੀ ਤੁਹਾਡਾ ਆਰ-ਟੀ-ਪੀ-ਸੀ-ਆਰ ਲਾਸਟ 120 ਆਵਰਸ ਦੇ ਵਿੱਚ ਹੋਣਾ ਚਾਹੀਦਾ, ਜਿਹੜੇ ਕਿ 5 ਡੇਜ਼ ਬਣਦੇ ਆ, ਵਿਚ ਇਜ਼ ਅ ਲੋਟ ਆਫ ਟਾਈਮ। ਤਾਂ ਉਹ ਚੰਗੀ ਗੱਲ ਆ ਵੀ ਜੇ ਆਪਾਂ ਕਤਰ 14 ਘੰਟਿਆਂ ਦਾ ਆਪਣਾ ਸਟੇ ਵੀ ਆ ਤਾਂ ਆਪਾਂ ਨੂੰ ਇੰਨੀ ਚਿੰਤਾ ਨਹੀਂ ਹੁੰਦੀ ਵੀ ਆਪਣਾ ਐਕਸਪਾਇਰ ਹੋ ਜਾਊਗਾ ਇੰਡੀਆ ਵਾਲਾ ਕੋਵਿਡ ਟੈਸਟ। ਤਾਂ ਮੇਰੇ ਟਾਈਮ ਜਦੋਂ ਮੈਂ ਟਰੈਵਲ ਕੀਤਾ ਉਹ 120 ਆਵਰ ਸੀ। ਹੁਣ ਚੇਂਜ ਵੀ ਹੋ ਸਕਦੇ ਆ। ਸਾਰਿਆਂ ਨੂੰ ਇਹ ਚੈੱਕ ਕਰਦੇ ਰਹਿਣਾ ਚਾਹੀਦਾ ਆਪਦਾ ਟਾਈਮ ਲਿਮਿਟ, ਆਰ-ਟੀ-ਪੀ-ਸੀ-ਆਰ ਟੈਸਟ ਕਦੋਂ ਤੋਂ ਹੋਣਾ ਚਾਹੀਦਾ, ਜਿਵੇਂ ਕਿ 48 ਆਵਰਸ ਦੋਹਾ ਕਤਰ ਦਾ ਸੀ, ਇਥੋਪੀਆ ਦਾ 120 ਆਵਰਸ, ਕੈਨੇਡਾ ਦਾ 72 ਆਵਰਸ। ਹਰ ਕੰਟਰੀ ਦੇ ਆਪਦੇ ਰੂਲਸ ਹੈ। ਤੇ ਮੈਂ ਇਸ ਕਰਕੇ ਮੈਨੂੰ ਉੱਥੇ ਕੋਈ ਖਾਸ ਪ੍ਰੋਬਲਮ ਨਹੀਂ ਆਈ। ਦੋਹਾ ਕਤਰ ਉਹਨਾਂ ਨੇ ਇੰਡੀਆ ਤੋਂ ਚੱਲਣ ਵੇਲੇ ਹੀ ਮੇਰਾ ਈ-ਵੀਜ਼ਾ ਚੈੱਕ ਕਰ ਲਿਆ ਸੀ। ਇਥੋਪੀਆ ਦਾ ਦੋਹਾ ਕਤਰ ਉਹਨਾਂ ਨੇ ਸਿਰਫ ਸਾਡਾ ਸਿਕਿਉਰਿਟੀ ਚੈੱਕ ਇਨ ਹੋਇਆ, ਜਿਹੜੇ ਆਪਣੇ ਕੈਬਿਨ ਬੈਗ ਤੇ ਆਪਣਾ ਸਾਰਾ ਫੋਨ ਲੈਪਟਾਪ ਸਕੈਨ ਕਰਦੇ ਹੁੰਦੇ ਆ, ਤੇ 에ਅਰਲਾਈਨ ਨੇ ਸਾਡੇ ਤੋਂ ਉੱਥੇ ਮੇਰੇ ਤੋਂ ਐਟਲੀਸਟ ਮੇਰੇ ਤੋਂ ਸਿਰਫ ਮੇਰਾ ਪਾਸਪੋਰਟ ਦੇਖਿਆ ਸੀ ਤੇ ਬੋਰਡਿੰਗ ਪਾਸ ਦੇਖਿਆ ਸੀ। ਪਰ ਫਿਰ ਉਹ ਕੋਈ ਵੀ ਡਾਕੂਮੈਂਟ ਮੰਗ ਸਕਦੇ ਆ, ਤਾਂ ਬੈਟਰ ਹੈ ਤੁਸੀਂ ਰੈਡੀ ਰਹੋ ਸਾਰੇ ਡਾਕੂਮੈਂਟਸ ਆਪਦੇ ਨਾਲ ਰੱਖ ਕੇ। ਸੋ ਇਸ ਤੋਂ ਬਾਅਦ ਜੋ ਤੁਸੀਂ ਇਥੋਪੀਆ ਲੈਂਡ ਕੀਤਾ, ਤੁਹਾਡਾ ਜਿਹੜਾ ਜਹਾਜ਼ ਸੀਗਾ, ਤੇ ਤੁਸੀਂ ਇਮੀਗ੍ਰੇਸ਼ਨ ਤੇ ਤੁਹਾਡੇ ਨਾਲ ਕਿਵੇਂ ਦਾ ਵਿਵਹਾਰ ਹੋਇਆ ਉੱਥੇ, ਉਹਦੇ ਬਾਰੇ ਸਾਨੂੰ ਦੱਸੋ। ਕੋਈ ਮੁਸ਼ਕਲ ਤੁਹਾਨੂੰ ਸਾਹਮਣਾ ਕਰਨਾ ਪਿਆ ਹੋਇਆ ਕਿਸੇ ਮੁਸ਼ਕਲ ਦਾ? ਕਿਉਂਕਿ ਤੁਸੀਂ ਬਾਹਰ ਆਏ, ਉੱਥੇ ਆਈ ਥਿੰਕ ਤੁਹਾਡਾ ਹੋਟਲ ਦੇ ਵਿੱਚ ਸਟੇ ਸੀਗਾ, 24 ਘੰਟੇ ਤੁਸੀਂ ਉੱਥੇ ਰਹਿਣਾ ਸੀਗਾ, ਹੈ ਨਾ? ਸੋ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਸਾਨੂੰ। ਇਥੋਪੀਆ ਜਦੋਂ ਅਸੀਂ ਲੈਂਡ ਕੀਤੇ ਜੀ, ਤੇ ਉੱਥੇ ਕੁਝ ਕਾਊਂਟਰ ਤੇ ਪਹਿਲਾਂ ਵੈਸੇ ਕੁਝ ਲੋਕ ਬੈਠੇ ਹੋਏ ਸੀ ਜਿਹੜੇ ਆਪਣੇ ਕੋਵਿਡ ਟੈਸਟ ਤੇ ਪਾਸਪੋਰਟ ਚੈੱਕ ਕਰ ਰਹੇ ਸੀ। ਉਸ ਤੋਂ ਬਾਅਦ ਸੀਗੇ ਇਮੀਗ੍ਰੇਸ਼ਨ ਆਫਿਸਰ ਜਿਹੜੇ ਆਪਣੇ ਮੇਨ ਹੁੰਦੇ ਆ। ਉਹਨਾਂ ਨੇ ਮੇਰਾ ਪਾਸਪੋਰਟ ਲਿਆ ਤੇ ਪਾਸਪੋਰਟ ਐਂਡ ਮੇਰਾ ਬੋਰਡਿੰਗ ਪਾਸ ਚੈੱਕ ਕੀਤਾ। ਤੇ ਈ-ਵੀਜ਼ਾ ਮੇਰੇ ਜਿਹੜਾ ਮੈਨੂੰ ਆਫਿਸਰ ਆਇਆ ਸੀ, ਉਹਨਾਂ ਨੇ ਮੇਰੇ ਤੋਂ ਇਥੋਪੀਆ ਦਾ ਈ-ਵੀਜ਼ਾ ਨਹੀਂ ਮੰਗਿਆ, ਪਰ ਤੁਹਾਡੇ ਤੋਂ ਮੰਗ ਵੀ ਸਕਦੇ ਆ, ਤੁਸੀਂ ਉਹਨਾਂ ਨੂੰ ਦਿਖਾ ਵੀ ਸਕਦੇ ਹੋ। ਕੋਈ ਖਾਸ ਇਮੀਗ੍ਰੇਸ਼ਨ ਔਖੀ ਨਹੀਂ ਸੀਗੀ ਜੀ ਇਥੋਪੀਆ। ਤੇ ਉਹਨਾਂ ਨੇ ਤੁਹਾਡੇ ਤੋਂ ਅੱਗੇ ਟਰੈਵਲ ਬਾਰੇ ਪੁੱਛਿਆ ਜਾਂ ਨਹੀਂ, ਕੁਛ ਇਦਾਂ ਦਾ? ਤੁਸੀਂ ਅੱਗੇ ਕਿੱਥੇ ਨਹੀਂ, ਟਰੈਵਲ ਉਹਨਾਂ ਕਰਨਾ? ਨੇ ਟਰੈਵਲ ਬਾਰੇ ਨਹੀਂ ਪੁੱਛਿਆ। ਮੈਂ 30 ਡੇਜ਼ ਦਾ ਟਰੈਵਲ ਵੀਜ਼ਾ ਆਲਰੇਡੀ ਲੈ ਲਿਆ ਸੀ। ਸੋ ਐਨੀ ਹਾਊ ਮੈਂ 30 ਡੇਜ਼ ਤੱਕ ਇਥੋਪੀਆ 'ਚ ਰਹਿ ਸਕਦੇ ਹਾਂ, ਤਾਂ ਯੂਜੂਅਲੀ ਇਹ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਜੇ ਉਹ ਪੁੱਛਦੇ ਵੀ ਹੈ, ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਮੈਂ ਅੱਗੇ ਕੈਨੇਡਾ ਜਾਣਾ। ਜੋ ਬੇਸਿਕਲੀ ਬੈਸਟ ਇਹੀ ਹੁੰਦਾ ਕਿ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੋਊਗਾ ਕਿ ਤੁਸੀਂ ਉਹਨਾਂ ਨੂੰ ਇਮੀਗ੍ਰੇਸ਼ਨ ਆਫਿਸਰ ਸਪੈਸ਼ਲੀ ਉਹਨਾਂ ਨੂੰ ਉਹੀ ਗੱਲ ਦਾ ਜਵਾਬ ਦਿਓ ਜਿਹੜੀ ਉਹ ਤੁਹਾਨੂੰ ਪੁੱਛਦੇ ਆ। ਬਾਕੀ ਆਪਦੇ ਮੇਨ ਡਾਕੂਮੈਂਟ ਜਿਵੇਂ ਵੀ ਤੁਹਾਡੇ ਤੋਂ ਮੰਗਦੇ ਆ, ਜਿਹੜੇ ਵੀ ਤੁਹਾਨੂੰ ਕਹਿੰਦੇ ਆ ਕਿ ਸਾਨੂੰ ਦਿਖਾਓ, ਉਹ ਆਪਦੇ ਉਹਨਾਂ ਨੂੰ ਪ੍ਰੈਜ਼ੈਂਟ ਕਰਦੇ ਰਹੋ, ਤਾਂ ਇਹੀ ਬੈਸਟ ਰਹੂਗਾ। ਸੋ ਇਸ ਤੋਂ ਬਾਅਦ ਤੁਸੀਂ ਆਪਣੇ ਲਗੇਜ ਦੇ ਨਾਲ ਚੈੱਕ ਆਊਟ ਕਰ ਗਏ ਤੇ ਹੋਟਲ ਲਈ ਰਵਾਨਾ ਹੋ ਗਏ, ਰਾਈਟ? ਹਾਂਜੀ, ਲਗੇਜ ਦਾ ਉੱਤੇ ਕਾਫੀ ਟਾਈਮ ਲੱਗ ਗਿਆ ਸੀ। ਇਥੋਪੀਆ ਕਾਫੀ ਮੈਸਡ ਅਪ ਹੋ ਗਿਆ ਸੀ, ਕਾਫੀ ਲੋਕ ਸੀਗੇ, ਪਲੇਨ ਕਾਫੀ ਵੱਡਾ ਸੀ, ਦੋਹਾ ਕਤਰ ਟੂ ਇਥੋਪੀਆ। ਤਾਂ ਬੈਗਸ ਆਉਣ ਤੇ ਕਈ ਵਾਰ ਟਾਈਮ ਲੱਗ ਜਾਂਦਾ। ਤਾਂ ਮੈਂ ਸਾਰਿਆਂ ਨੂੰ ਕਹੂੰਗਾ ਵੀ ਆਪਦੇ ਬੈਗ ਤੇ ਪ੍ਰੋਪਰ ਮਾਰਕਿੰਗ ਕਰੋ, ਜਿਹੜਾ ਤੁਹਾਨੂੰ ਦੂਰੋਂ ਦੇਖ ਕੇ ਵੀ ਪਤਾ ਲੱਗ ਜਾਏ ਵੀ ਇਹ ਤੁਹਾਡਾ ਹੀ ਬੈਗ ਹੈ। ਨਹੀਂ ਤਾਂ ਸਿਮਿਲਰ ਬੈਗਸ ਹੁੰਦੇ ਆ ਤੇ ਕਈ ਵਾਰ ਤੁਹਾਡਾ ਬੈਗ ਮਿਸਪਲੇਸ ਵੀ ਹੋ ਸਕਦਾ। ਮਿਸਪਲੇਸ ਹੋ ਜਾਂਦਾ। ਟਾਈਮ ਬਚਾਓ ਜਿੰਨਾ ਹੋ ਸਕਦਾ। ਸੋ ਟਾਈਮ ਬਚਾਓ ਜਿੰਨਾ ਬਚਾ ਸਕਦਾ। ਜੇ ਤੁਸੀਂ ਉੱਥੋਂ ਪਹਿਲਾਂ ਫ੍ਰੀ ਹੋਵੋਗੇ, ਟਾਈਮ ਨਾਲ ਫ੍ਰੀ ਹੋਵੋਗੇ, ਅੱਗੇ ਜਾ ਕੇ ਤੁਸੀਂ ਟੈਸਟ ਕਰਾ ਸਕਦੇ ਹੋ, ਤਾਂ ਜੋ ਉੱਥੇ ਵੀ ਲਾਈਨ ਨਾ ਲੱਗੇ ਆ, ਤੁਸੀਂ ਲੇਟ ਨਾ ਹੋ। ਤੇ ਇਹ ਅਮਰ, ਆਪਣਾ ਟੈਸਟ ਜਿਹੜਾ ਹੈਗਾ, ਇਹ ਕੋਵਿਡ ਦਾ ਜਿਹੜਾ ਆਪਾਂ ਨੂੰ ਕੈਨੇਡੀਅਨ ਗਵਰਨਮੈਂਟ ਨੇ ਕਿਹਾ ਕਿ ਜੇ ਤੁਸੀਂ ਥਰਡ ਕੰਟਰੀ ਦੇ ਥਰੂ ਆ ਰਹੇ ਹੋ ਤਾਂ ਥਰਡ ਕੰਟਰੀ ਦੇ ਵਿੱਚ ਤੁਹਾਡਾ 72 ਘੰਟੇ ਪਹਿਲਾਂ ਟੈਸਟ ਰਿਪੋਰਟ ਉਹਨਾਂ ਨੇ ਮੰਗੀ ਹੈਗੀ ਹੈ, ਰਾਈਟ? ਇਫ ਆਈ ਐਮ ਨਾਟ ਰੋਂਗ। ਕੈਨੇਡਾ ਗਵਰਨਮੈਂਟ ਦੇ ਹਾਂਜੀ ਇਹੀ ਰੂਲ ਸੀਗੇ, ਪਰ ਆਲਵੇਜ਼ ਚੈੱਕ ਕਰਦੇ ਰਹੋ, ਵੈਬਸਾਈਟ ਉਹਨਾਂ ਦੀ ਚੈੱਕ ਕਰਦੇ ਰਹੋ। ਜਿਹੜੇ ਵੀ ਕੰਟਰੀ ਦੇ ਥਰੂ ਤੁਸੀਂ ਪਾਸ ਕਰਨਾ, ਜਿੱਥੇ ਵੀ ਤੁਸੀਂ ਤੁਹਾਡੀ ਡੈਸਟੀਨੇਸ਼ਨ ਹੈ, ਵੀ ਉਹਨਾਂ ਦੇ ਕੋਈ ਰੂਲ ਅਪਡੇਟ ਤਾਂ ਨਹੀਂ ਹੋਏ, ਕਿਉਂਕਿ ਆਪਾਂ ਨੂੰ ਪਤਾ ਅੱਜ ਕੱਲ੍ਹ ਕੋਵਿਡ ਦਾ ਟਾਈਮ ਇਹੋ ਜਿਹਾ ਕਿ ਬਹੁਤ ਛੇਤੀ ਰੂਲਸ ਚੇਂਜ ਹੋ ਜਾਂਦੇ ਆ। ਤਾਂ ਬੈਸਟ ਇਹੀ ਹੈ, ਚੈੱਕ ਕਰਦੇ ਰਹੋ ਆਪਦੇ ਲਾਸਟ ਟਾਈਮ ਤੱਕ, ਜਦੋਂ ਵੀ ਤੁਹਾਨੂੰ ਵਾਈਫਾਈ ਐਕਸੈਸ ਮਿਲਦਾ ਕਿਤੇ ਵੀ, ਕਿ ਰੂਲਸ ਸੇਮ ਹੈ ਜਾਂ ਕੋਈ ਆਪਾਂ ਨੂੰ ਐਕਸਟਰਾ ਕੋਈ ਫਾਰਮੈਲਿਟੀ ਦੀ ਜ਼ਰੂਰਤ ਤਾਂ ਨਹੀਂ। ਤੇ ਤੁਸੀਂ ਜਿਹੜਾ ਕੋਵਿਡ ਟੈਸਟ ਸੀਗਾ, ਇਹ ਥਰਡ ਕੰਟਰੀ ਦੇ ਵਿੱਚ, ਇਥੋਪੀਆ ਦੇ ਵਿੱਚ ਤੁਸੀਂ ਕਰਵਾਇਆ, ਇਹ ਤੁਸੀਂ ਕਦੋਂ ਕਰਵਾਇਆ? ਇਹ
ਜਦੋਂ ਅਸੀਂ ਲੈਂਡ ਹੋਏ ਇਥੋਪੀਆ ਦੇ ਵਿੱਚ ਆਪਦੇ ਬੈਗੇਜ ਕਲੈਕਟ ਕਰਨੇ ਪਏ ਕਿਉਂਕਿ 24 ਆਵਰ ਦਾ ਸਟੇ ਸੀ ਇਥੋਪੀਆ ਤੇ ਕਨੈਕਟਿੰਗ ਫਲਾਈਟ ਨਹੀਂ ਸੀ ਇਥੋਪੀਆ ਟੂ ਫਰਮ ਦੋਹਾ ਕਤਰ ਟੂ ਕੈਨੇਡਾ ਇਥੋਪੀਆ ਤੱਕ ਦੀ ਹੀ ਮੇਰੀ ਸੈਪਰੇਟ ਟਿਕਟ ਸੀ ਤੇ ਅੱਗੇ ਇਥੋਪੀਆ ਟੂ ਕੈਨੇਡਾ ਸੈਪਰੇਟ ਟਿਕਟ ਸੀ ਸਾਰਿਆਂ ਨੇ ਆਪਦੇ ਬੈਗ ਕਲੈਕਟ ਕੀਤੇ ਇਥੋਪੀਆ ਤੇ ਹੋਟਲ ਦੀ ਬੁਕਿੰਗ ਮੈਂ ਆਲਰੇਡੀ ਕਰਾਈ ਹੋਈ ਸੀ ਤੁਸੀਂ ਪਹਿਲਾਂ ਆਪਦਾ ਚੈੱਕ ਕਰਕੇ ਜਾਓ ਕਿਹੜੇ ਹੋਟਲ 'ਚ ਰਹਿਣਾ ਚਾਹੁੰਦੇ ਹੋ ਕਿਹੜਾ ਤੁਹਾਨੂੰ ਅਫੋਰਡੇਬਲ ਹੈ ਤੁਹਾਡੇ ਲਈ ਸਹੀ ਹੈ ਤੇ ਕੋਈ ਪਹਿਲਾਂ ਬੁਕਿੰਗ ਰਿਕਮੈਂਡੇਸ਼ਨ ਕਰਾਈ ਤੁਸੀਂ ਹੁੰਦੀ ਕਰਨੀ ਹੈ ਚਾਹੁੰਦੇ ਹੋ? ਕੋਈ ਖਾਸ ਰਿਕਮੈਂਡੇਸ਼ਨ ਨਹੀਂ ਜੀ ਕਿਉਂਕਿ ਇਹ ਜ਼ਰੂਰ ਆਪਾਂ ਚੰਗੇ ਹੋਟਲ ਸਟੇ ਕਰਨਾ ਚਾਹੀਦਾ ਆਪਾਂ ਨੂੰ ਕਿਉਂਕਿ ਬਿਲਕੁਲ ਡਿਫਰੈਂਟ ਕੰਟਰੀ ਆਪਾਂ ਨੂੰ ਨਹੀਂ ਹਰ ਇੱਕ ਨੂੰ ਹਿਸਾਬ ਹੁੰਦਾ ਇਹਦਾ ਜਾਂ ਹਰ ਕਿਸੇ ਨੇ ਇੰਨਾ ਟਰੈਵਲ ਨਹੀਂ ਕੀਤਾ ਹੁੰਦਾ ਕਈ ਵਾਰ ਲੋਕ ਫਸਟ ਟਾਈਮ ਟਰੈਵਲਰਸ ਵੀ ਹੁੰਦੇ ਆ ਕੈਨੇਡਾ ਨੂੰ ਤਾਂ ਚੰਗਾ ਸੇਫ ਹੋਟਲ ਚੂਜ਼ ਕਰੋ ਭਾਵੇਂ ਥੋੜਾ ਉਹਦਾ ਪ੍ਰਾਈਸ ਇੰਡੀਅਨ ਜੇ ਤੁਸੀਂ ਚੈੱਕ ਕਰੋ ਤਾਂ 1000 2 3000 ਰੁਪਏ ਮਹਿੰਗਾ ਹੋਵੇ ਵੀ ਪਰ ਐਟ ਦ ਸੇਮ ਟਾਈਮ ਤੁਸੀਂ ਇੱਕ ਐਕਸਟਰਾ ਮੈਂ ਤੁਹਾਨੂੰ ਕਮੈਂਟ ਐਡ ਕਰਨਾ ਚਾਹੁੰਦਾ ਕਿ ਕਈ ਵਾਰ ਜਿੰਨਾ ਵੱਡਾ ਹੋਟਲ ਹੁੰਦਾ ਉਹਨਾਂ ਉੱਥੇ ਰਸ਼ ਜ਼ਿਆਦਾ ਹੁੰਦਾ ਤੇ ਬਿਲਕੁਲ ਜਿਹੜੀ ਵੈਨ ਤੁਹਾਨੂੰ ਕਲੈਕਟ ਕਰਨ ਆਉਂਦੀ ਹੈ ਇਥੋਪੀਆ 에ਅਰਪੋਰਟ ਤੇ ਹੋਟਲ ਦੀ ਵੈਨ ਹੀ ਆਉਂਦੀ ਹੈ ਉਹ ਤੁਹਾਨੂੰ ਰੈਫਰ ਕਰਨੇ ਤੁਹਾਨੂੰ ਈਮੇਲ ਕਰਨਗੇ ਤੁਹਾਨੂੰ ਕਦੋਂ ਰਾਈਡ ਚਾਹੀਦੀ ਹੈ ਜਾਂ ਕਦੋਂ ਤੁਹਾਡੀ ਫਲਾਈਟ ਲੈਂਡ ਹੋਣੀ ਆ ਆਪਦੀਆਂ ਡਿਟੇਲਸ ਦੱਸੋ ਸਾਨੂੰ ਉਹਨਾਂ ਨਾਲ ਤੁਸੀਂ ਜ਼ਰੂਰ ਕੰਟੈਕਟ ਕਰਕੇ ਰੱਖੋ ਮਿਸ ਆਊਟ ਨਾ ਕਰੋ ਵੀ ਉਹਨਾਂ ਨੂੰ ਕਹੋ ਕਿ ਹਾਂ ਅਸੀਂ ਟਰੈਵਲ ਇਸ ਟਾਈਮ ਤੇ ਸਾਡਾ ਪਲੇਨ ਲੈਂਡ ਹੋਣਾ ਇਥੋਪੀਆ ਤੇ ਸਾਨੂੰ ਇਸ ਟਾਈਮ ਤੇ ਰਾਈਡ ਚਾਹੀਦੀ ਹੋ ਹੁਣ ਮੈਂ ਦੇਖਿਆ ਕਿ ਕਈ ਚ ਬਹੁਤ ਚੰਗੇ ਹੋਟਲ ਸੀ ਜਿਹੜੇ ਆਪਣੇ ਕੈਨੇਡਾ ਵਿੱਚ ਵੀ ਹੈਗੇ ਕੁਝ ਤੇ ਇਥੋਪੀਆ ਚ ਵੀ ਸੀ ਉਹਨਾਂ ਕੋਲ ਇੰਨਾ ਕੁ ਰਸ਼ ਸੀਗਾ ਕਿ 70 80 ਲੋਕ ਸੇਮ ਫਲਾਈਟ ਸੇਮ ਡੇ ਦੇ ਹੋਟਲ ਚ ਸਟੇ ਕਰ ਰਹੇ ਸੀ ਤਾਂ ਇਹ ਆਬਵੀਅਸ ਹੈ ਵੀ ਜਦੋਂ ਤੁਸੀਂ ਉਸ ਰਾਈਡ ਦੇ ਥਰੂ ਆਪਦੇ ਹੋਟਲ ਚ ਜਾਓਗੇ ਜੇ ਤੁਸੀਂ ਲੱਕੀ ਹੋ ਜਾਂ ਤੁਹਾਡਾ ਡਰਾਈਵਰ ਚੰਗਿਆ ਤਾਂ ਹੋ ਸਕਦਾ ਤੁਹਾਡੇ ਟੈਸਟ ਉਹ ਜਾਂਦਾ ਹੋਇਆ ਰਾਹ 'ਚ ਹੀ ਕਰਵਾ ਦੇਵੇ ਜਿਹੜੀ ਕਿ ਇੱਕ ਉੱਥੇ ਲੈਬ ਸੀ ਵੁਡਾਸੀ WUDASSIE ਜਿਹੜੀ ਇਹ ਕੋਵਿਡ ਟੈਸਟਿੰਗ ਦੀ ਲੈਬ ਸੀਗੀ ਤੇ ਤੁਸੀਂ ਰਿਕੁਐਸਟ ਜ਼ਰੂਰ ਕਰ ਸਕਦੇ ਹੋ ਆਪਦੇ ਡਰਾਈਵਰ ਨੂੰ ਕਿ ਜੇ ਹੋ ਸਕਦਾ ਹੈ ਤਾਂ ਤੁਸੀਂ ਆਪਦੀ ਉਹਨਾਂ ਨੂੰ ਪਹਿਲਾਂ ਸਾਡਾ ਟੈਸਟ ਕਰਾ ਕੇ ਫਿਰ ਆਪਾਂ ਹੋਟਲ 'ਚ ਜਾ ਕੇ ਚੈੱਕ ਇਨ ਕਰੀਏ ਕਿ ਜਿੰਨੀ ਛੇਤੀ ਤੁਸੀਂ ਟੈਸਟ ਕਰਾਉਂਦੇ ਹੋ 6 to 8 ਆਵਰਸ ਦੇ ਵਿੱਚ ਰਿਪੋਰਟ ਦੇ ਦਿੰਦੇ ਆ ਵੁਡਾਸੀ ਲੈਬ ਵਾਲੇ ਤਾਂ ਉਹਨਾਂ ਵਧੀਆ ਰਹੂਗਾ ਤੁਹਾਡੇ ਲਈ ਪਰ ਕਈ ਵਾਰ ਆਏ ਨਹੀਂ ਡਰਾਈਵਰ ਕਰਦੇ ਉਹਨਾਂ ਨੂੰ ਆਇਆ ਹੁੰਦਾ ਅਸੀਂ ਆਪਦਾ ਕਸਟਮਰ ਜਾ ਕੇ ਹੋਟਲ 'ਚ ਲਾਈਏ ਪਹਿਲਾਂ ਹੀ ਉਹਨਾਂ ਨੇ ਅੱਗੇ ਵੀ ਬੰਦੇ ਚੱਕਣੇ ਹੁੰਦੇ ਆ ਤਾਂ ਜੇ ਤੁਹਾਨੂੰ ਹੋਟਲ 'ਚ ਲੈ ਵੀ ਜਾਂਦੇ ਆ ਨੋ ਇਸ਼ੂ ਟਰਾਈ ਕਰੋ ਕਿ ਜਾਂਦੇ ਹੋਏ ਟੈਸਟ ਹੋ ਜੇ ਨਹੀਂ ਤਾਂ ਰਿਕੁਐਸਟ ਕਰ ਲਓ ਉਹਨਾਂ ਨੂੰ ਕਿ ਚੈੱਕ ਇਨ ਹੋ ਗਿਆ ਸਾਡਾ ਤੇ ਹੁਣ ਟੈਸਟ ਕਰਾਈਏ ਜੇ ਉਹ ਮੇਬੀ ਉਹ ਚਲੇ ਜਾਣ ਤੁਹਾਡੇ ਨਾਲ ਨਹੀਂ ਤਾਂ ਆਪਦੀ ਟੈਕਸੀ ਤੁਹਾਨੂੰ ਬੁੱਕ ਕਰਾਉਣੀ ਪੈ ਸਕਦੀ ਹੈ ਤਾਂ ਮੈਂ ਕਹੂੰਗਾ ਕਿ ਬੈਸਟ ਤੁਸੀਂ ਆਪਦਾ ਨਾਲ ਕਿਸੇ ਨਾ ਕਿਸੇ ਐਟਲੀਸਟ ਕਿਸੇ ਨਾਲ ਜਾਓ ਜਿਵੇਂ ਐਟਲੀਸਟ 2 ਲੋਕ ਜਾਣ ਕਿਉਂਕਿ ਬਿਲਕੁਲ ਉਪਰਾ ਦੇਸ਼ ਅਤੇ ਸਪੈਸ਼ਲੀ ਫਲਾਈਟਸ ਰਾਤ ਨੂੰ ਲੈਂਡ ਹੁੰਦੀਆਂ ਇਥੋਪੀਆ ਦੇ ਵਿੱਚ ਤੇ ਇਟਸ ਬੈਟਰ ਟੂ ਬੀ ਵਿਦ ਸਮਵਨ ਤੇ ਜਾ ਕੇ ਟੈਸਟ ਜ਼ਰੂਰ ਕਰਾਓ ਆਪਦਾ ਹਾਂਜੀ ਤੇ ਤੁਸੀਂ ਟੈਕਸੀ ਵੀ ਲੈ ਕੇ ਜਾ ਸਕਦੇ ਹੋ ਵੁਡਾਸੀ ਲੈਬ ਤੱਕ ਤੇ ਇੱਕ ਗੱਲ ਜ਼ਰੂਰ ਹੈ ਵੀ ਤੁਸੀਂ ਆਪਦੇ ਹੋਟਲ ਦੇ ਭਾਵੇਂ ਪਹਿਲਾਂ ਵੀ ਪੇ ਕੀਤੇ ਹੋਏ ਆ ਤੁਸੀਂ $US ਆਪਦੇ ਕੁਝ ਨਾਲ ਲੈ ਕੇ ਜ਼ਰੂਰ ਜਾਓ ਕਿਉਂਕਿ ਟੈਸਟ ਜਿੱਥੇ ਵੁਡਾਸੀ ਲੈਬ ਹੈ ਉੱਥੇ ਵੀ USD 'ਚ ਆਪਾਂ ਪੇ ਕਰ ਸਕਦੇ ਹਾਂ ਰਾਦਰ ਦੈਨ ਇਥੋਪੀਅਨ ਕਰੰਸੀ ਵੀ ਤੁਹਾਡੀ ਆਪਦੀ ਇੱਛਾ ਵੀ ਤੁਸੀਂ ਜੇ ਲੈ ਕੇ ਜਾਣੀ ਚਾਹੁੰਦੇ ਹੋ ਕਿ ਨਹੀਂ ਤਾਂ $US ਯੂਜਲੀ ਹਰ ਥਾਂ ਤੇ ਚੱਲ ਜਾਂਦਾ ਹੋਟਲ ਤੇ ਵੀ ਪੇ ਕਰ ਸਕਦੇ ਹੋ ਤੁਸੀਂ ਕੈਸ਼ ਜਾਂ ਜਿਹੜੇ ਕੈਨੇਡਾ ਦੇ ਰੈਜ਼ੀਡੈਂਟਸ ਹੈ ਵਰਕ ਪਰਮਿਟ ਜਾਂ PR ਜਾਂ ਸਿਟੀਜ਼ਨਸ ਉਹ ਵੀ ਆਪਦੇ ਕੈਨੇਡੀਅਨ ਕ੍ਰੈਡਿਟ ਕਾਰਡ ਜਾਂ ਮਾਸਟਰ ਕਾਰਡ ਤੋਂ ਪੇ ਕਰ ਸਕਦੇ ਆ ਮਾਸਟਰ ਕਾਰਡ ਕਾਫੀ ਚੱਲਦਾ ਹੈ ਇਥੋਪੀਆ ਦੇ ਵਿੱਚ ਮੈਂ ਦੇਖਿਆ ਤੇ ਮੈਂ ਆਪਦੇ ਮਾਸਟਰ ਕਾਰਡ ਤੋਂ ਪੇ ਕਰਤਾ ਸੀ ਕਿਉਂਕਿ ਮੇਰੇ ਕੋਲ $US ਜ਼ਿਆਦਾ ਨਹੀਂ ਸੀ ਮੈਂ ਟੈਸਟ ਤੇ ਵੀ ਦੇਤੇ ਸੀ ਤੇ ਇਟਸ ਬੈਟਰ ਇਫ ਯੂ ਹੈਵ ਲਾਈਕ $200 ਵਿਦ ਯੂ ਜੇ ਤੁਹਾਡੇ ਕੋਲ ਕੈਨੇਡੀਅਨ ਕਾਰਡ ਹੈਗੇ ਜੇ ਤੁਹਾਨੂੰ ਪਤਾ ਵੀ ਖਰਚਾ ਜੇ ਉੱਤੇ ਥੱਲੇ ਕਈ ਵਾਰ ਬਾਈ ਚਾਂਸ ਕੋਈ ਹੋ ਵੀ ਜਾਂਦਾ ਤਾਂ ਮਿਨੀਮਮ $200 ਤੁਹਾਡੇ ਕੋਲ ਹੋਣੇ ਚਾਹੀਦੇ ਆ ਕਈ ਲੋਕਾਂ ਦਾ ਉੱਥੇ ਪੋਜ਼ਿਟਿਵ ਵੀ ਆ ਜਾਂਦਾ ਮੈਂ ਨਹੀਂ ਕਿਸੇ ਦਾ ਸੁਣਿਆ ਵੀ ਪੋਜ਼ਿਟਿਵ ਆਇਆ ਹੋਵੇ ਮੇਰੇ ਗਰੁੱਪ ਜਾਂ ਮੇਰੀ ਫਲਾਈਟ ਵਾਲਿਆਂ ਚੋਂ ਤਾਂ ਤੁਹਾਨੂੰ ਆਪਦਾ ਪ੍ਰਬੰਧ ਦੇਖ ਕੇ ਕਰਕੇ ਜਾਣਾ ਚਾਹੀਦਾ ਵੀ ਤੁਹਾਨੂੰ ਸ਼ਾਇਦ ਜ਼ਿਆਦਾ $US ਕੈਰੀ ਕਰਨੇ ਚਾਹੀਦੇ ਆ ਜਾਂ ਜੇ ਤੁਹਾਡੇ ਕੋਲ ਕੈਨੇਡੀਅਨ ਕ੍ਰੈਡਿਟ ਜਾਂ ਮਾਸਟਰ ਕਾਰਡ ਹੈਗਾ ਤਾਂ ਜੇ ਹੋਟਲ 'ਚ ਤੁਹਾਨੂੰ ਸਟੇ ਕਰਨਾ ਪੈ ਵੀ ਜਾਂਦਾ ਤਾਂ ਵੀ ਉਹ ਤੁਹਾਡੇ ਲਈ ਕੋਈ ਪ੍ਰੋਬਲਮ ਨਾ ਆਵੇ ਕੱਲ ਨੂੰ ਤੁਹਾਨੂੰ ਥਰਡ ਕੰਟਰੀ ਦੇ ਵਿੱਚ ਜਿਹੜੀ ਕਿ ਜਮਾਂ ਆਪਣੇ ਤੋਂ ਉੱਪਰੀ ਕੰਟਰੀ ਹੈ ਵੀ ਉੱਥੇ ਪੇਮੈਂਟ ਕਰਨ ਦੇ ਵਿੱਚ ਓਕੇ ਸੋ ਜਦੋਂ ਤੁਸੀਂ ਹੋਟਲ ਤੋਂ
ਇਥੋਪੀਆ 에ਅਰਪੋਰਟ ਤੇ ਪਹੁੰਚੇ ਤਾਂ ਉਹ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰੋ, ਕਿਉਂਕਿ ਬਹੁਤ ਇੰਪੋਰਟੈਂਟ ਹੈ ਕਿ ਤੁਹਾਨੂੰ ਕੈਨੇਡਾ ਦੇ ਵਿੱਚ ਮੈਂ ਸੁਣਿਆ ਹੈਗਾ ਕਿ ਕੈਨੇਡੀਅਨ ਗਵਰਨਮੈਂਟ ਪਹਿਲਾਂ ਥਰਡ ਕੰਟਰੀ ਤੋਂ ਜਿਹੜੀਆਂ ਡਾਕੂਮੈਂਟਸ ਹੈਗੀ ਆ ਉਹ ਮੰਗਵਾਉਂਦੀ ਹੈਗੀ ਆ, ਫਿਰ ਇਥੋਪੀਆ ਵਾਲੇ ਵੈਰੀਫਾਈ ਕਰਦੇ ਨੇ, ਫਿਰ ਤੁਹਾਨੂੰ ਉਹ ਫਲਾਈਟ ਤੇ ਬੋਰਡ ਹੋਣ ਦਿੰਦੇ ਨੇ। ਹਾਂਜੀ, ਅਸੀਂ ਵੀ ਹੁਣ ਤੱਕ ਇਹ ਸੁਣਿਆ ਸੀਗਾ ਕਿ ਜਦੋਂ ਤੁਸੀਂ ਹੋਟਲ ਤੋਂ ਇਥੋਪੀਆ 에ਅਰਪੋਰਟ ਜਾਂਦੇ ਹੋ, ਆਪਦੀ ਰਿਪੋਰਟ ਜ਼ਰੂਰ ਚੈੱਕ ਕਰ ਲਓ, ਪਹਿਲਾਂ ਕਰ ਲਓ ਤਾਂ ਬਹੁਤ ਵਧੀਆ। ਬਾਕੀ ਉਹ ਤੁਹਾਡੀ ਈਮੇਲ ਲੈਂਦੇ ਆ ਲੈਬ ਵਾਲੇ, ਵਡਾਸੀ ਲੈਬ ਵਾਲੇ, ਤਾਂ ਜ਼ਰੂਰ ਚੈੱਕ ਕਰੋ ਵੀ ਤੁਹਾਨੂੰ ਈਮੇਲ ਰਿਜ਼ਲਟ ਆਉਂਦਾ ਰਿਪੋਰਟ ਦਾ। ਜੇ ਨਹੀਂ ਆਉਂਦਾ ਤਾਂ ਉਹਨਾਂ ਨੂੰ ਕਾਲ ਕਰੋ ਹੋਟਲ ਦੇ ਰਿਸੈਪਸ਼ਨ ਤੋਂ, ਜਾਂ ਈਮੇਲ ਕਰੋ, ਜੋ ਵੀ ਤੁਹਾਡਾ ਕੰਟੈਕਟ ਹੈਗਾ, ਤੇ ਚੈੱਕ ਜ਼ਰੂਰ ਕਰੋ ਵੀ ਤੁਹਾਡੀ ਰਿਪੋਰਟ ਹਾਰਡ ਕਾਪੀ ਲੈ ਕੇ ਚੱਲੋ। QR ਕੋਡ ਜਿਹੜਾ ਅੱਜ ਕੱਲ੍ਹ ਆਪਾਂ ਨੂੰ ਸਾਰਿਆਂ ਨੂੰ ਪਤਾ ਇੰਡੀਆ ਵੀ ਮਿਲਦਾ ਰਿਪੋਰਟਸ ਤੇ, ਉਹ ਚੈੱਕ ਕਰ ਲਓ ਵੀ ਚੱਲਦਾ ਆਪਦਾ, ਜਸਟ ਇਨ ਕੇਸ ਜੇ ਕਈ ਵਾਰ ਕੋਈ ਚੈੱਕ ਕਰ ਲੇ। ਆਪਦੀ ਰਿਪੋਰਟ ਲੈ ਕੇ ਜਾਓ, ਪਹੁੰਚੋ 에ਅਰਪੋਰਟ ਤੇ ਉੱਥੇ ਜਾ ਕੇ ਮੇਰੇ ਨਾਲ ਕੀ ਹੋਇਆ ਸੀ, ਇਥੋਪੀਆ 에ਅਰਪੋਰਟ ਤੇ ਇੱਕ ਉਹਨਾਂ ਦਾ ਅਫੀਸ਼ੀਅਲ ਇਥੋਪੀਅਨ 에ਅਰਲਾਈਨ ਦਾ ਮੇਰੇ ਕੋਲ ਆਇਆ। ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਕਿਹੜੇ ਵੀਜ਼ੇ ਤੇ ਹੋ, ਕਿੱਥੇ ਟਰੈਵਲ ਕਰਨਾ ਹੈ, ਤਾਂ ਉਹਨਾਂ ਨੇ ਮੇਰੇ ਡਾਕੂਮੈਂਟ ਲਏ ਸੀ। ਜਿੱਥੇ ਤੱਕ ਮੈਨੂੰ ਯਾਦ ਹੈ ਮੇਰਾ ਪਾਸਪੋਰਟ ਲਿਆ ਸੀ, ਵਰਕ ਪਰਮਿਟ ਲੈ ਕੇ ਗਏ ਸੀ, ਜੌਬ ਲੈਟਰ ਲਿਆ ਸੀਗਾ, ਤੇ ਬਾਕੀ ਜੋ ਵੀ ਉਹ ਤੁਹਾਡੇ ਤੋਂ ਮੰਗਦੇ ਉਹਨਾਂ ਨੂੰ ਦੇ ਦਿਓ, ਕਿਉਂਕਿ ਉਹ ਲੈ ਕੇ ਡਾਕੂਮੈਂਟਸ ਕਈ ਵਾਰ ਤੁਹਾਡੀਆਂ ਪਿਕਚਰਸ ਲੈ ਕੇ ਡਾਕੂਮੈਂਟਸ ਦੀਆਂ ਅੱਗੇ ਸੈਂਡ ਕਰਦੇ ਆ। ਪਰ ਮੇਰੇ ਕੇਸ ਦੇ ਵਿੱਚ ਉਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ। ਮੇਰੇ ਤੋਂ ਪਹਿਲਾਂ ਉੱਥੇ 2 ਕੁੜੀਆਂ ਆਲਰੇਡੀ ਸੀਗੀਆਂ, ਉਹਨਾਂ ਦਾ 2 ਆਵਰਸ ਲੱਗ ਗਏ ਸੀ ਰਿਪਲਾਈ ਬੈਕ ਆਉਣ 'ਚ ਜਾਂ ਜੋ ਵੀ ਕਲੀਅਰ ਹੋਣ 'ਚ, ਤੇ ਬਾਕੀ ਉਹ ਵੀ ਵਰਕ ਪਰਮਿਟ ਤੇ ਸੀ, ਉਹਨਾਂ ਦਾ ਹੋ ਗਿਆ ਸੀ। ਫਿਰ ਕੀ ਹੁੰਦਾ ਕਿ ਅਰਾਊਂਡ 5 PM ਇੱਕ ਸੈਪਰੇਟ ਲਾਈਨ ਸ਼ੁਰੂ ਹੋ ਜਾਂਦੀ ਹੈ ਇਥੋਪੀਅਨ 에ਅਰਪੋਰਟ ਤੇ ਹੀ ਡਿਪਾਰਚਰ ਤੇ, ਤੁਹਾਨੂੰ ਉੱਥੇ ਪਤਾ ਲੱਗ ਜਾਊਗਾ। ਉੱਥੇ ਇਹ ਕਲੈਰੀਫਾਈ ਦਾ ਕੋਈ ਚੱਕਰ ਨਹੀਂ ਹੁੰਦਾ, ਉਹ ਫੋਟੋਜ਼ ਵਗੈਰਾ ਨਹੀਂ ਲੈ ਕੇ ਸੈਂਡ ਕਰਦੇ ਤੁਹਾਡੇ ਡਾਕੂਮੈਂਟਸ ਦੀਆਂ। ਉੱਥੇ ਜਾਓ ਤੁਸੀਂ, ਆਪਦੇ ਡਾਕੂਮੈਂਟਸ ਉਹਨਾਂ ਨੂੰ ਸ਼ੋਅ ਕਰੋ ਕਿ ਬਈ ਯੂਜੂਅਲੀ ਵਰਕ ਪਰਮਿਟ ਵਾਲਿਆਂ ਦਾ ਥੋੜਾ ਪ੍ਰੋਸੈਸ ਕੰਪਲਿਕੇਟਡ ਹੁੰਦਾ ਹੈ, ਜ਼ਿਆਦਾ ਡਾਕੂਮੈਂਟਸ ਚੈੱਕ ਕਰਨ ਦੀ ਲੋੜ ਹੁੰਦੀ ਹੈ। PR ਦਾ ਯੂਜੂਅਲੀ ਈਜ਼ੀ ਹੋਊਗਾ, ਪਰ ਯੂ ਨੈਵਰ ਨੋ ਉਹਨਾਂ ਨੇ ਕੀ ਮੰਗ ਲੈਣਾ ਜਾਂ ਕਿਹੜੇ ਡਾਕੂਮੈਂਟ ਤੁਹਾਡੇ ਤੋਂ ਪੁੱਛ ਲੈਣਾ। ਤਾਂ ਵਰਕ ਪਰਮਿਟ ਵਾਲਿਆਂ ਦੀ ਇੱਕ ਸਪੈਸ਼ਲ ਲਾਈਨ ਲੱਗੀ ਹੋਈ ਸੀ ਪਾਸੇ ਤੇ, ਤੁਹਾਡੇ ਤੋਂ ਤੁਹਾਡਾ ਜੌਬ ਲੈਟਰ, ਤੁਹਾਡਾ ਕੁਆਰੰਟਾਈਨ ਪਲਾਨ, ਹੋਟਲ ਬੁਕਿੰਗ, ਅਨਲੈਸ ਯੂ ਆਰ ਹੋਟਲ ਐਗਜ਼ੈਂਪਟ, ਤੇ ਉਸ ਤੁਹਾਡੇ ਤੋਂ ਸਾਰੇ ਡਾਕੂਮੈਂਟ ਲੈ ਕੇ ਪੁੱਛਣਗੇ ਤੇ ਚੈੱਕ ਕਰਨਗੇ। ਓਕੇ, ਸੋ ਜੇ ਕਿਸੇ ਦੀ ਰਿਪੋਰਟ ਪੋਜ਼ਿਟਿਵ ਆਉਂਦੀ ਹੈਗੀ ਹੈ ਤਾਂ ਉੱਥੇ ਤੰਗ ਕਰਦੇ ਹੈਗੇ ਆ ਇਮੀਗ੍ਰੇਸ਼ਨ? ਲਾਈਕ ਜੇ ਕਿਸੇ ਦੀ ਇੰਡੀਆ ਦੇ ਵਿੱਚ ਪੋਜ਼ਿਟਿਵ ਆਈ ਵੀ ਹੈਗੀ ਰਿਪੋਰਟ, ਤਾਂ ਉੱਥੇ ਇੰਡੀਆ ਦੇ ਵਿੱਚ ਆਈ ਡੋਂਟ ਥਿੰਕ ਸੋ ਕੋਈ ਪ੍ਰੋਬਲਮ ਹੋਣੀ ਚਾਹੀਦੀ ਹੈ। ਮੈਂ ਇੱਕ ਦੇਖਿਆ ਸੀਗਾ, ਮੇਰੇ ਨਾਲ ਇੱਕ ਸਾਊਥ ਇੰਡੀਆ ਤੋਂ ਇੱਕ ਬੰਦਾ ਸੀਗਾ, ਇੱਕ ਮੁੰਡਾ ਸੀਗਾ, ਤੇ ਉਹਦੀ ਪੋਜ਼ਿਟਿਵ ਆਈ ਹੋਈ ਸੀ। ਤਾਂ ਹੀ ਵੈਂਟ ਥਰੂ ਲਾਈਕ ਇਟ ਵਾਸ ਆਲ ਗੁੱਡ, ਹੀ ਜਸਟ ਟੋਲਡ them ਮੇਰੀ ਪੋਜ਼ਿਟਿਵ ਰਿਪੋਰਟ ਆਈ ਸੀ। 14 to 90 ਡੇਜ਼ ਦੇ ਵਿੱਚ ਉਹਨਾਂ ਨੇ ਮੰਨ ਲਿਆ ਵੀ ਹਾਂ ਹੋਟਲ ਐਗਜ਼ੈਂਪਟ ਸੀ ਉਹ, ਉਹਨੂੰ ਹੋਟਲ ਦੀ ਬੁਕਿੰਗ ਵੀ ਨਹੀਂ ਸ਼ੋਅ ਕਰਨੀ ਪਈ, ਸੋ ਇਟ ਵਾਸ ਫਾਈਨ। ਪਰ ਡਿਪੈਂਡ ਕਰਦਾ ਤੁਹਾਨੂੰ ਕਿਹੜਾ ਇਥੋਪੀਅਨ 에ਅਰਲਾਈਨ ਦਾ ਆਫਿਸਰ ਆਉਂਦਾ ਹੈ, ਉਹ ਕੀ ਚੈੱਕ ਕਰਦੇ ਆ। ਤੇ ਇੱਕ ਚੀਜ਼ ਜੇ ਤੁਸੀਂ ਹੋਰ ਕੋਵਿਡ ਪੋਜ਼ਿਟਿਵ ਆਏ ਹੋ, ਹਾਂਜੀ, ਸੋ ਇੱਕ ਚੀਜ਼ ਹੋਰ ਇੱਥੇ ਐਡ ਕਰਨੀ ਚਾਹੁੰਦਾ ਮੈਂ, ਕਿ ਲਾਈਕ ਮੈਂ ਸੁਣਿਆ ਗਿਆ ਇਹ ਕਿ ਲਾਈਕ ਜੇ ਤੁਹਾਨੂੰ ਕੋਈ ਇੱਕ ਇਮੀਗ੍ਰੇਸ਼ਨ ਆਫਿਸਰ ਕੁਝ ਸਪੋਜ਼ ਕਰੋ ਕਿ ਤੁਹਾਨੂੰ ਕਹਿ ਦਿੰਦਾ ਹੈਗਾ ਕਿ ਨਹੀਂ ਮੈਂ ਤੁਹਾਨੂੰ ਨਹੀਂ ਜਾਣ ਦਿੰਦਾ, ਤਾਂ ਕੀ ਆਪਾਂ ਦੂਸਰੇ ਕੋਲੇ ਜਾ ਸਕਦੇ ਹਾਂ? ਇਜ਼ ਦੈਟ ਪੋਸੀਬਲ? ਇਹ ਤਾਂ ਜੀ ਬਸ ਬੇਸਿਕਲੀ ਤਾਂ ਔਨ ਦ ਸਪੌਟ ਸਿਚੁਏਸ਼ਨ ਤੇ ਡਿਪੈਂਡ ਕਰਦਾ ਹੈ। ਕੋਈ ਹੋਰ ਉਹਨਾਂ ਦਾ ਅਫੀਸ਼ੀਅਲ ਨੇੜੇ ਹੋਵੇ ਤਾਂ ਜ਼ਰੂਰ ਕੰਸਲਟ ਕਰੋ ਉਹਨਾਂ ਨੂੰ, ਜਾਂ ਵੇਟ ਕਰ ਲਓ। ਕੁਝ ਲੋਕ ਪਾਸ ਕਰ ਜਾਣੇ ਆ, ਤੁਸੀਂ ਦੁਬਾਰੇ ਟਰਾਈ ਕਰੋ ਕਿ ਹਾਂਜੀ ਵੀ ਆਹ ਮੇਰੇ ਡਾਕੂਮੈਂਟਸ ਹੈ, ਜਾਂ ਉੱਥੇ ਯੂਜੂਅਲੀ ਹੈਲਪਿੰਗ ਸਟਾਫ ਹੁੰਦਾ, ਉਹਨਾਂ ਨਾਲ ਗੱਲ ਕਰੋ ਕਿ ਆਹ ਮੇਰਾ ਕੇਸ ਹੈ, ਆਹ ਚੱਕਰ ਪੈ ਗਿਆ, ਮੇ ਬੀ ਉਹ ਤੁਹਾਡੀ ਹੈਲਪ ਕਰ ਸਕਣ। ਮੇਰੇ ਹਿਸਾਬ ਨਾਲ ਮੈਂ ਜਿੰਨਿਆਂ ਨੂੰ ਮੈਂ ਦੇਖਿਆ, ਜਿਨ੍ਹਾਂ ਨੂੰ ਮੈਂ ਜਾਣਨ ਲੱਗ ਗਿਆ ਸੀਗਾ ਫਲਾਈਟ ਦੇ ਵਿੱਚ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਈ, ਸਭ ਕਲੀਅਰ ਹੋ ਗਏ ਸੀ। ਮੇ ਬੀ ਕਿਸੇ ਨੂੰ ਕੁਝ ਥੋੜਾ ਟਾਈਮ ਜ਼ਿਆਦਾ ਲੱਗਿਆ ਹੋਵੇ, ਜਾਂ ਕਈ ਆਪਦੇ ਬੇਬੀਜ਼ ਨਾਲ ਟਰੈਵਲ ਕਰ ਰਹੇ ਸੀ, ਤਾਂ ਡਾਕੂਮੈਂਟਸ ਆਬਵੀਅਸਲੀ ਜ਼ਿਆਦਾ ਹੋ ਜਾਂਦੇ ਆ, ਟਾਈਮ ਜ਼ਿਆਦਾ ਲੱਗ ਸਕਦਾ। ਪਰ ਮੇਰੀ ਫਲਾਈਟ ਦੇ ਵਿੱਚ ਸਾਰਿਆਂ ਦਾ ਕਲੀਅਰ ਹੋ ਗਿਆ ਸੀ, ਜਿਨ੍ਹਾਂ ਦੀ ਨੈਗੇਟਿਵ ਰਿਪੋਰਟ ਆ ਗਈ ਸੀ ਇਥੋਪੀਆ ਦੇ ਵਿੱਚ ਵਿਦਿਨ 72 ਆਵਰਸ ਕੈਨੇਡਾ ਦੇ ਅਕੋਰਡਿੰਗ। ਸੋ ਤੁਹਾਡੇ ਨਾਲ ਕੋਈ ਸਟੂਡੈਂਟ ਵੀ ਸੀਗੇ ਉੱਥੇ? ਸਟੂਡੈਂਟ ਜਾਂ PR ਸਿਟੀਜ਼ਨ, ਕੌਣ ਸੀਗੇ? ਮੈਨੂੰ ਕੋਈ ਸਟੂਡੈਂਟ ਨਹੀਂ ਮਿਲਿਆ ਜੀ। ਵਰਕ ਪਰਮਿਟ ਵਾਲੇ ਸੀ ਯੂਜੂਅਲੀ, ਜਾਂ ਸਪਾਊਸ ਵਰਕ ਪਰਮਿਟ ਵਾਲੇ ਕਾਫੀ ਲੋਕ ਸੀਗੇ ਜਿਨ੍ਹਾਂ ਦਾ ਸਪਾਊਸ ਕੈਨੇਡਾ ਦੇ ਵਿੱਚ ਹੋਵੇ ਤੇ ਉਹ ਵਰਕ ਪਰਮਿਟ ਲੈ ਕੇ ਜਾ ਰਹੇ ਸੀ, ਜਾਂ ਜਿਹੜੇ ਆਪਦੇ ਕਿਡਸ ਨਾਲ ਟਰੈਵਲ ਕਰ ਰਹੇ ਸੀ। ਬਾਕੀ PR ਕਾਫੀ ਲੋਕ ਸੀਗੇ, ਤੇ ਉਹਨਾਂ ਦਾ ਕਾਫੀ ਪ੍ਰੋਸੈਸ ਈਜ਼ੀ ਹੁੰਦਾ ਆਪਣੇ ਟੈਂਪਰੇਰੀ ਵਰਕਰਸ ਨਾਲ ਜਾਂ ਫੋਰਨ ਵਰਕਰਸ ਨਾਲ। ਸੋ ਜਦੋਂ ਤੁਹਾਡੀ ਬੋਰਡਿੰਗ ਹੋਈ ਇਥੋਪੀਆ ਤੋਂ ਕੈਨੇਡਾ ਨੂੰ,
에ਅਰਲਾਈਨ ਦੇ ਕੋਈ ਕੁਐਸਚਨ ਹੋਣ, ਉਹਨਾਂ ਨੇ ਕੁਛ ਤੁਹਾਨੂੰ ਤੰਗ ਕੀਤਾ ਹੋਵੇ, ਪਰੇਸ਼ਾਨ ਕੀਤਾ ਹੋਵੇ, ਕੋਈ ਉਹ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰੋ। ਇਥੋਪੀਅਨ 에ਅਰਲਾਈਨ ਦੇ ਹੀ ਸਟਾਫ ਹੈ ਜਿਹੜੇ ਤੁਹਾਡੇ ਤੋਂ ਸਾਰੇ ਡਾਕੂਮੈਂਟਸ ਮੰਗਦੇ ਆ, ਤੁਹਾਡਾ ਕੁਆਰੰਟਾਈਨ ਪਲਾਨ, ਹੋਟਲ ਬੁਕਿੰਗ, ਜੌਬ ਲੈਟਰ, ਵਰਕ ਪਰਮਿਟ ਵਾਲਿਆਂ ਲਈ ਤੁਹਾਡਾ ਵਰਕ ਪਰਮਿਟ ਜਾਂ ਟਰੈਵਲ ਵੀਜ਼ਾ। ਯੂਜਲੀ ਇਹ ਸਾਰਾ ਕੁਝ ਤੁਹਾਡਾ ਇਥੋਪੀਅਨ 에ਅਰਲਾਈਨ ਦੇ ਆਫਿਸਰ ਹੀ ਚੈੱਕ ਕਰਨਗੇ, ਜੋ ਕਿ ਐਂ ਹੀ ਹੋਇਆ। ਤੇ ਅੱਗੇ ਇਮੀਗ੍ਰੇਸ਼ਨ ਇਥੋਪੀਆ ਦੀ ਵਾਸ ਕੰਪੈਰੇਟਿਵਲੀ ਈਜ਼ੀ। ਉਹਨਾਂ ਨੇ ਸਿਰਫ ਪਾਸਪੋਰਟ ਤੇ ਬੋਰਡਿੰਗ ਪਾਸ ਦੇਖਿਆ, ਤੇ ਤੁਸੀਂ ਕਹਿ ਸਕਦੇ ਹੋ ਇੱਕ ਹਿਸਾਬ ਨਾਲ ਸਾਰੀ ਇਮੀਗ੍ਰੇਸ਼ਨ ਇਥੋਪੀਅਨ 에ਅਰਲਾਈਨ ਦੇ ਸਟਾਫ ਕੋਲੇ ਹੀ ਹੋ ਗਈ ਸੀ। ਉਹਨਾਂ ਨੇ ਜ਼ਿਆਦਾ ਡਾਕੂਮੈਂਟ ਚੈੱਕ ਕੀਤੇ ਇਮੀਗ੍ਰੇਸ਼ਨ ਆਫਿਸਰ ਨਾਲ ਇਥੋਪੀਆ ਦੇ ਕੀਤੇ। ਉਹਨਾਂ ਨੇ ਸ਼ਾਇਦ ਉਹਨਾਂ ਨੂੰ ਆਏ ਸੀ ਵੀ ਪਹਿਲਾਂ ਇਹਨਾਂ ਦਾ ਕਲੀਅਰ ਹੈ ਸਾਰਾ ਕੁਝ, ਉਹਨਾਂ ਨੇ ਤਾਂ ਸਭ ਕੁਝ ਦੁਬਾਰਾ ਨਹੀਂ ਚੈੱਕ ਕੀਤਾ। ਪਰ ਉੱਥੇ ਇਮੀਗ੍ਰੇਸ਼ਨ ਇਥੋਪੀਆ ਦੇ ਆਫਿਸਰ ਦੀ ਈਜ਼ੀ ਸੀ, ਕੋਈ ਖਾਸ ਪ੍ਰੋਬਲਮ ਨਹੀਂ ਸੀ। ਸੋ ਉਸ ਤੋਂ ਬਾਅਦ ਤੁਹਾਡੀ ਬੋਰਡਿੰਗ ਹੋ ਗਈ, ਤੇ ਇਹ ਕਿੰਨੇ ਘੰਟੇ ਦੀ ਫਲਾਈਟ ਸੀਗੀ ਇਥੋਪੀਆ ਟੂ ਕੈਨੇਡਾ? ਇਥੋਪੀਆ ਟੂ ਕੈਨੇਡਾ ਸਾਡੀ 16 ਆਵਰਸ ਦੀ ਫਲਾਈਟ ਸੀ, ਵਿਦ ਅਬਾਊਟ 45 ਮਿੰਟ ਸਟਾਪ ਇਨ ਡਬਲਿਨ, ਆਇਰਲੈਂਡ। ਉੱਥੇ ਆਪਾਂ ਫਲਾਈਟ ਤੋਂ ਬਾਹਰ ਨਹੀਂ ਜਾਂਦੇ, ਸਿਰਫ ਉਹ ਟੈਕਨੀਕਲ ਸਟਾਪ ਹੈ, ਜੋ ਵੀ ਉਹ ਆਪਦਾ ਰੀਫਿਊਲਿੰਗ ਜਾਂ ਵਾਟਰ ਫਿਊਲਿੰਗ ਕਰਦੇ ਆ ਉਹਦੇ ਵਿੱਚ ਉਸ ਤਰ੍ਹਾਂ ਦਾ ਸਟਾਪ ਸੀ। ਏਅਰਪੋਰਟ ਤੇ ਨਹੀਂ ਕੋਈ ਵੀ ਗਿਆ ਪੈਸੇਂਜਰਸ ਚੋਂ ਬਾਹਰ। ਓਕੇ, ਸੋ ਆਲਮੋਸਟ ਤੁਸੀਂ ਕਹਿ ਲਓ ਕਿ ਤੁਹਾਨੂੰ 3 ਦਿਨ ਲੱਗ ਗਏ ਕੈਨੇਡਾ ਪਹੁੰਚਣ ਤੇ, ਇਫ ਆਮ ਨਾਟ ਰੋਂਗ। ਹਾਂਜੀ, ਮੈਂ ਕਾਊਂਟ ਕੀਤਾ ਸੀ, ਮੈਨੂੰ 52 ਆਵਰਸ ਲੱਗ ਗਏ ਇੰਡੀਆ ਦੇ ਏਅਰਪੋਰਟ ਤੇ ਚੱਲ ਕੇ ਕੈਨੇਡਾ ਦੇ ਏਅਰਪੋਰਟ ਤੇ ਪਹੁੰਚਣ ਤੱਕ। ਸੋ ਫਿਰ ਕੈਨੇਡਾ ਜਦੋਂ ਤੁਸੀਂ ਲੈਂਡ ਹੋਏ ਤਾਂ ਕਿਵੇਂ ਦਾ ਮਹਿਸੂਸ ਹੋਇਆ? ਕੈਨੇਡਾ ਲੈਂਡ ਹੋ ਕੇ ਡੈਫੀਨਿਟਲੀ ਬਹੁਤ ਰਿਲੀਫ ਫੀਲ ਹੋਈ, ਕਿਉਂਕਿ ਕਾਫੀ ਟਾਈਮ ਦੇ ਇੰਡੀਆ 'ਚ ਸਟਕ ਹੋਏ ਹੋਏ ਸੀਗੇ, ਕਿਉਂਕਿ ਟਰੈਵਲ ਰਿਸਟ੍ਰਿਕਸ਼ਨਸ ਲੱਗ ਗਈਆਂ। ਐਂਡ ਇਟ ਵਾਸ ਗੁੱਡ। ਆਪਾਂ ਬਾਕੀ ਕੈਨੇਡਾ ਆ ਕੇ ਸਾਰੇ ਜਿੰਨਾ ਟਾਈਮ ਬਾਹਰ ਨਹੀਂ ਨਿਕਲਦੇ ਏਅਰਪੋਰਟ ਤੇ, ਕੋਈ ਨਾ ਕੋਈ ਹੁੰਦਾ ਹੀ ਹੈ ਵੀ ਆਪਣਾ ਸਭ ਕੁਝ ਕਲੀਅਰ ਹੋ ਜੇ ਤੇ ਫਿਰ ਬੈਸਟ ਰਹਿੰਦਾ, ਬੰਦੇ ਨੂੰ ਸਹੀ ਫੀਲ ਹੁੰਦਾ। ਹਾਂ, ਉੱਥੇ ਡਰ ਲੱਗ ਰਿਹਾ ਹੋਣਾ ਕਿ ਇੱਥੋਂ ਦੇ ਇਮੀਗ੍ਰੇਸ਼ਨ ਵਾਲੇ ਨਾ ਕੁਛ ਕਹਿ ਦੇਣ। ਦੇਖੋ, ਇੰਨੇ ਟਾਈਮ ਬਾਅਦ ਸਟਕ ਹੋ ਕੇ ਵਾਪਸ ਆਉਣਾ, ਸਪੈਸ਼ਲੀ ਕੋਵਿਡ ਪੈਂਡੈਮਿਕ ਦੇ ਵਿੱਚ, ਆਈ ਨਹੀਂ ਪਤਾ ਤੁਹਾਨੂੰ ਕਦੋਂ ਕਿਹੜਾ ਰੂਲ ਚੇਂਜ ਹੋ ਜੇ, ਇਹਨਾਂ ਨੇ ਕਦੋਂ ਕਿਹੜਾ ਤੁਹਾਡੇ ਤੋਂ ਡਾਕੂਮੈਂਟ ਮੰਗ ਦੇਣਾ। ਤਾਂ ਇੱਕ ਥੋੜਾ ਜਿਹਾ ਟੈਨਸ਼ਨ ਆਪਣੇ ਅੰਦਰ ਹੁੰਦੀ ਹੈ, ਹਿਊਮਨ ਨੇਚਰ ਵੀ, ਕੀ ਹੋਣਾ ਹੁਣ ਅੱਗੇ ਆ, ਕੀ ਪੁੱਛ ਲੈਣਾ ਉਹਨਾਂ ਨੇ ਅੱਗੇ ਨਾਲੋਂ ਜ਼ਿਆਦਾ, ਕਿਉਂਕਿ ਪ੍ਰੋਸੈਸ ਡਿਫਿਕਲਟ ਹੋ ਗਿਆ। ਅੱਗੇ ਤੁਸੀਂ ਫਸਟ ਟਾਈਮ ਟਰੈਵਲ ਵੀ ਕਰਦੇ ਸੀ ਕੋਵਿਡ ਤੋਂ ਪਹਿਲਾਂ, ਕੋਈ ਖਾਸ ਨਹੀਂ ਹੁੰਦੀਆਂ ਸੀ ਫਾਰਮੈਲਿਟੀਜ਼, ਪਰ ਹੁਣ ਕਾਫੀ ਕੁਛ ਹੈ ਤਾਂ ਹੁੰਦਾ ਆਪਾਂ ਨੂੰ ਇੱਕ ਥੋੜਾ ਜਿਹਾ ਹਿਊਮਨ ਨੇਚਰ ਦੇ ਅਕੋਰਡਿੰਗਲੀ ਵੀ ਥੋੜੀ ਟੈਨਸ਼ਨ ਹੁੰਦੀ ਹੈ। ਸੋ ਫਿਰ ਕਿਵੇਂ ਦਾ ਰਿਹਾ ਐਕਸਪੀਰੀਅੰਸ ਕੈਨੇਡੀਅਨ ਇਮੀਗ੍ਰੇਸ਼ਨ ਦੇ ਨਾਲ? ਬਹੁਤ ਵਧੀਆ ਰਿਹਾ ਐਕਸਪੀਰੀਅੰਸ। ਉਹਨਾਂ ਨੇ ਸਾਰਾ ਕੁਝ ਪੁੱਛਿਆ, ਤੁਹਾਡਾ ਕੁਆਰੰਟਾਈਨ ਪਲਾਨ, ਹੋਟਲ ਬੁਕਿੰਗ, ਤੁਹਾਡੇ ਡਾਕੂਮੈਂਟਸ, ਵਰਕ ਪਰਮਿਟ, ਟਰੈਵਲ ਵੀਜ਼ਾ। ਤੁਸੀਂ ਉਹਨਾਂ ਨੇ ਬੇਸਿਕ ਕੁਐਸਚਨ ਪੁੱਛਦੇ ਵੀ ਤੁਹਾਨੂੰ ਕੋਈ ਸਿੰਪਟਮਸ ਤਾਂ ਨਹੀਂ, ਜਾਂ ਤੁਸੀਂ ਕੋਈ ਫੀਵਰ ਕਫ ਨਹੀਂ ਹੈਗਾ, ਤੁਹਾਨੂੰ ਬੇਸਿਕ ਕੁਐਸਚਨਸ ਕੁਛ ਖਾਸ ਨਹੀਂ ਸੀਗਾ। ਤੁਹਾਨੂੰ ਉੱਥੇ ਪਬਲਿਕ ਹੈਲਥ ਨਾਲ ਵੀ ਡੀਲ ਕਰਨਾ ਪਿਆ ਜਾਂ ਜਸਟ ਇਮੀਗ੍ਰੇਸ਼ਨ ਤੁਹਾਡੀ ਹੋਈ ਤੇ ਉਸ ਤੋਂ ਬਾਅਦ ਤੁਸੀਂ ਲਗੇਜ ਲੈ ਕੇ ਬਾਹਰ ਆ ਗਏ? ਹਾਂਜੀ, ਪਬਲਿਕ ਹੈਲਥ ਨਾਲ ਵੀ ਡੀਲ ਕਰਨਾ ਪੈਂਦਾ। ਉਸ ਜਿਹੜੇ ਆਪਣੇ ਬਾਰਡਰ ਸਰਵਿਸਿਜ਼ ਦੇ ਆਫਿਸਰ ਹੁੰਦੇ ਆ ਕੈਨੇਡੀਅਨ ਬਾਰਡਰ ਤੇ, ਇਮੀਗ੍ਰੇਸ਼ਨ ਆਫਿਸਰ ਤੁਹਾਨੂੰ ਪਬਲਿਕ ਹੈਲਥ ਕੋਲ ਛੱਡ ਆਉਂਦੇ ਆ, ਤੇ ਉੱਥੇ ਤੁਹਾਨੂੰ ਫਿਰ ਪੁੱਛਦੇ ਆ ਵੀ ਤੁਹਾਨੂੰ ਕੋਈ ਸਿੰਪਟਮਸ ਤਾਂ ਨਹੀਂ ਆ, ਤੁਸੀਂ ਤੁਹਾਡੀ ਰਿਪੋਰਟ, ਕੋਵਿਡ ਰਿਪੋਰਟ ਚੈੱਕ ਕਰਦੇ ਹੋ ਇੰਡੀਆ ਵਾਲੀ, ਤੇ ਉੱਥੇ ਮੈਟਰ ਕਰਦਾ ਵੀ ਤੁਸੀਂ ਤੁਹਾਡੀ ਨੈਗੇਟਿਵ ਰਿਪੋਰਟ ਤਾਂ ਉਹਨਾਂ ਨੇ ਦੇਖਣੀ, ਉਹਦੇ ਬਿਨਾਂ ਤੁਸੀਂ ਕੈਨੇਡਾ ਨੂੰ ਫਲਾਈਟ ਨਹੀਂ ਬੋਰਡ ਕਰ ਸਕਦੇ। ਬਾਕੀ ਉਹਨਾਂ ਨੇ ਉੱਥੇ ਦੇਖਣਾ ਵੀ ਤੁਸੀਂ ਪਹਿਲਾਂ ਪੋਜ਼ਿਟਿਵ ਆਏ ਹੋ ਕਦੇ, ਉਹਨਾਂ ਨੇ ਤੁਹਾਨੂੰ ਬੇਸਿਕ ਜਿਹੇ ਕੁਐਸਚਨ ਸਾਰੇ ਪੁੱਛਣੇ ਆ। ਓਕੇ, ਸੋ ਜਿਨ੍ਹਾਂ ਦੀ ਰਿਪੋਰਟ ਪੋਜ਼ਿਟਿਵ ਆਉਂਦੀ ਹੈ, ਕਿ ਉਹਨਾਂ ਨੂੰ ਕੈਨੇਡਾ ਦੇ ਵਿੱਚ ਲੈਂਡ ਹੋਣ ਸਾਰ ਕੋਈ ਕੋਵਿਡ ਟੈਸਟ ਦੇਣਾ ਪੈਂਦਾ ਹੈਗਾ ਦੁਬਾਰਾ ਜਾਂ ਨਹੀਂ, ਲਾਈਕ ਜਿਵੇਂ ਪਹਿਲਾਂ ਦੇਣਾ ਪੈਂਦਾ ਸੀਗਾ ਆਈ ਥਿੰਕ? ਇੱਕ ਤਾਂ ਜੀ ਨੈਗੇਟਿਵ ਰਿਪੋਰਟ ਤਾਂ ਚਾਹੀਦੀ ਆਪਾਂ ਨੂੰ 72 ਆਵਰਸ ਵਿੱਚ ਕੈਨੇਡਾ ਨੂੰ ਟਰੈਵਲ ਕਰਨ ਤੋਂ ਪਹਿਲਾਂ, ਉਹ ਸਾਰਿਆਂ ਦੀ ਨੈਗੇਟਿਵ ਹੋਣੀ ਜ਼ਰੂਰੀ ਹੈ ਤੁਹਾਡੀ ਫਲਾਈਟ ਬੋਰਡ ਕਰਨ ਲਈ, ਸਪੈਸ਼ਲੀ ਫॉर ਟਰੈਵਲਰਸ ਫਰੋਮ ਇੰਡੀਆ, ਕਿਉਂਕਿ ਇੰਡੀਆ ਦੀਆਂ ਥੋੜੀਆਂ ਰਿਸਟ੍ਰਿਕਸ਼ਨਸ ਹੁਣ ਹਾਰਡ ਹੈ ਕੈਨੇਡਾ ਨੇ ਕੀਤੀਆਂ ਹੋਈਆਂ, ਜਦੋਂ ਦਾ ਨਵਾਂ ਵੇਰੀਐਂਟ ਆਇਆ ਇੰਡੀਆ 'ਚ, ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਟਰੈਵਲ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਇੰਡੀਆ ਪਾਕਿਸਤਾਨ ਤੋਂ। ਤੇ ਇਹ ਤੁਹਾਨੂੰ ਪਬਲਿਕ ਹੈਲਥ ਦੀ ਵੈਬਸਾਈਟ ਤੇ ਚੈੱਕ ਕਰਨਾ ਪੈਣਾ ਵੀ ਉੱਥੇ ਕੀ ਪ੍ਰੋਸੈਸ ਹੈ। ਪਰ ਜਿਵੇਂ ਕਿ ਵੈਬਸਾਈਟ ਤੇ ਲਿਖਿਆ ਹੋਇਆ ਵੀ ਪੋਜ਼ਿਟਿਵ ਰਿਪੋਰਟ ਵਾਲਿਆਂ ਨੂੰ ਹੋਟਲ ਐਗਜ਼ੈਂਪਟ ਹੈ, ਉਹਨਾਂ ਨੂੰ ਕੁਆਰੰਟਾਈਨ ਨਹੀਂ ਕਰਨਾ ਪੈਂਦਾ। ਆਈ ਗੈਸ ਉੱਥੇ ਤੁਹਾਨੂੰ ਉਹ ਸਾਰਾ ਕੁਝ ਪੁੱਛ ਲੈਂਦੇ ਆ ਕੀ ਸਿਸਟਮ ਹੈ, ਉਹ ਅੱਗੇ ਤੁਹਾਨੂੰ ਪੋਜ਼ਿਟਿਵ ਜਾਂ ਲਾਸਟ 14 to 90 ਡੇਜ਼ ਵਿੱਚ ਆਏ ਲੋਕਾਂ ਦਾ ਪੋਜ਼ਿਟਿਵ ਜਾਂ ਨੈਗੇਟਿਵ ਦੇਖ ਕੇ ਤੁਹਾਨੂੰ ਆਪਦੀ ਡੈਸਟੀਨੇਸ਼ਨ ਵੱਲ ਭੇਜ ਦਿੰਦੇ ਆ। ਜੇ ਤੁਸੀਂ
ਕਦੇ ਪੋਜ਼ਿਟਿਵ ਨਹੀਂ ਆਏ, ਹਮੇਸ਼ਾ ਨੈਗੇਟਿਵ ਸੀ, ਤਾਂ ਉਹਨਾਂ ਨੇ ਤੁਹਾਨੂੰ ਕਦੇ ਪੋਜ਼ਿਟਿਵ ਤਾਂ ਮੇਰਾ ਮਤਲਬ ਲਾਸਟ 14 ਟੂ 90 ਡੇਜ਼ ਦੇ ਵਿੱਚ ਪੋਜ਼ਿਟਿਵ ਨਹੀਂ ਹੈ, ਉਹਨਾਂ ਨੇ ਤੁਹਾਨੂੰ ਟੈਸਟ ਕਰਨ ਲਈ ਭੇਜ ਦੇਣਾ ਹੈ, ਤੁਹਾਨੂੰ ਜੋ ਵੀ ਉਹਨਾਂ ਨੇ ਕਿੱਟ ਦੇਣੀ ਹੈ, ਹੋਟਲ ਭੇਜਣਾ ਹੈ, ਉਹ ਸਭ ਕੁਝ ਉੱਥੇ ਚੈੱਕ ਹੋ ਜਾਂਦਾ। ਓਕੇ, ਬਟ 14 ਡੇਜ਼ ਕੁਆਰੰਟੀਨ ਜਿਹੜਾ ਹੈਗਾ ਉਹ ਸਾਰਿਆਂ ਲਈ ਕੰਪਲਸਰੀ ਆ ਤੇ ਉਹ ਹਾਂਜੀ, ਆਪਾਂ ਨੂੰ ਕਰਨਾ ਮੈਂਡੇਟਰੀ ਪੈਣਾ। ਕੁਆਰੰਟੀਨ ਡਜ਼ਨਟ ਮੈਟਰ ਤੁਸੀਂ ਪੋਜ਼ਿਟਿਵ ਆਇਆ ਤੁਹਾਡਾ ਪਹਿਲਾਂ ਕਦੇ ਜਾਂ ਨਹੀਂ। ਓਕੇ, ਤਾਂ ਉਸ ਤੋਂ ਬਾਅਦ ਇਮੀਗ੍ਰੇਸ਼ਨ ਤੇ ਪਬਲਿਕ ਹੈਲਥ ਨਾਲ ਡੀਲ ਕਰਨ ਤੋਂ ਬਾਅਦ ਤੁਸੀਂ ਆਪਣਾ ਲਗੇਜ ਕਲੈਕਟ ਕੀਤਾ ਤੇ ਤੁਸੀਂ ਹੋਟਲ ਕੁਆਰੰਟੀਨ ਵੱਲ ਚਲੇ ਗਏ, ਰਾਈਟ? ਹਾਂਜੀ। ਓਕੇ, ਸੋ ਦੋਸਤੋ ਇਹ ਸਾਡੇ ਨਾਲ ਅਮਰਪ੍ਰੀਤ ਸਿੰਘ ਸੀਗੇ। ਸੋ ਅਮਰਪ੍ਰੀਤ ਜੀ, ਤੁਸੀਂ ਕੋਈ ਹੋਰ ਐਕਸਪੀਰੀਅੰਸ ਜਿਹੜਾ ਸ਼ੇਅਰ ਕਰਨਾ ਚਾਹੋ, ਕੋਈ ਗੱਲ ਆਪਣੀ ਰਹਿ ਗਈ ਹੋਵੇ, ਕੋਈ ਸੁਜੈਸ਼ਨ ਦੇਣਾ ਚਾਹੋ, ਸੋ ਤੁਸੀਂ ਦੇ ਸਕਦੇ ਹੋ ਹੁਣ। ਬਸ ਆਹੀ ਹੈ ਜੀ, ਆਪਦੇ ਡਾਕੂਮੈਂਟ ਸਾਰੇ ਪੂਰੇ ਰੱਖੋ ਤਾਂ ਜੋ ਤੁਹਾਨੂੰ ਕਦੇ ਵੀ ਪ੍ਰੋਬਲਮ ਨਾ ਆਵੇ ਕਿਸੇ ਵੀ ਕਿਤੋਂ ਵੀ ਬੋਰਡ ਕਰਨ ਲਈ ਜਾਂ ਕਿਸੇ ਵੀ ਇਮੀਗ੍ਰੇਸ਼ਨ ਆਫਿਸਰਸ ਕੋਲੇ ਕਿਸੇ ਵੀ ਕੰਟਰੀ 'ਚ। ਸਾਰੇ ਆਪਦੇ ਡਾਕੂਮੈਂਟਸ ਤਿਆਰ ਰੱਖੋ, ਹਰ ਇੱਕ ਚੀਜ਼। ਵਰਕ ਪਰਮਿਟ ਵਾਲਿਆਂ ਤੁਸੀਂ ਆਪਦਾ ਜੌਬ ਲੈਟਰ ਜ਼ਰੂਰ ਨਾਲ ਰੱਖੋ, ਪੇ ਚੈਕਸ ਦੀਆਂ ਕਾਪੀਜ਼ ਰੱਖੋ ਜਸਟ ਇਨ ਕੇਸ ਸ਼ੋਅ ਕਰਨ ਲਈ, ਚਾਹੇ ਉਹ ਕਿਤੇ ਕੰਮ ਨਹੀਂ ਆਈਆਂ, ਪਰ ਤੁਹਾਡੇ ਕੋਲ ਆਪਦਾ ਸਾਰੀ ਫਾਈਲ ਤਿਆਰ ਹੋਣੀ ਚਾਹੀਦੀ ਹੈ, ਸਾਰੇ ਡਾਕੂਮੈਂਟਸ ਕੋਲੇ ਹੋਣੇ ਚਾਹੀਦੇ ਤਾਂ ਕਿ ਤੁਹਾਨੂੰ ਤੁਹਾਡੇ ਵੱਲੋਂ ਕੋਈ ਕਮੀ ਨਾ ਰਹਿ ਜਾਏ ਕਿਤੇ ਕਿਸੇ ਵੀ ਪੋਰਟ ਐਂਟਰੀ ਪੁਆਇੰਟ ਤੇ ਜਾਂ ਕਿਸੇ ਵੀ ਆਫਿਸਰ ਕੋਲੇ, ਇਮੀਗ੍ਰੇਸ਼ਨ ਆਫਿਸਰ ਕੋਲੇ। ਤਾਂ ਸਾਥੀਓ, ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ। ਬਾਕੀ ਆਪਾਂ ਰਿਕਮੈਂਡ ਨਹੀਂ ਕਰਦੇ ਕਿ ਤੁਸੀਂ ਟਰੈਵਲ ਕਰੋ ਕੋਵਿਡ ਦੇ ਦੌਰਾਨ, ਕਿਉਂਕਿ ਬਹੁਤ ਜ਼ਿਆਦਾ ਕ੍ਰਾਈਸਿਸ ਫੈਲਿਆ ਹੋਇਆ। ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ, ਇਨਫੋਰਮੇਟਿਵ ਲੱਗੀ, ਇਸ ਨੂੰ ਸ਼ੇਅਰ ਜ਼ਰੂਰ ਕਰਿਓ। ਤੇ ਦੂਸਰੀ ਗੱਲ ਇਹ ਕਿ ਅਮਰਪ੍ਰੀਤ ਸਿੰਘ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਸਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ। ਤੇ ਬਾਕੀ ਆਪਣੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਵੋ, ਇਸ ਤਰ੍ਹਾਂ ਦੀਆਂ ਵੀਡੀਓਜ਼ ਹੋਰ ਆਉਂਦੀਆਂ ਰਹਿਣਗੀਆਂ। ਸੋ ਸਾਨੂੰ ਹੁਣ ਆਗਿਆ ਦਿਓ। ਧੰਨਵਾਦ, ਸਤਿ ਸ਼੍ਰੀ ਅਕਾਲ।